ਦਸਾਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਰੂਪ, ਚਾਵਰ ਛਤਰ ਤਖਤ ਦੇ ਮਾਲਿਕ, ਗੁਰਤਾ ਗੱਦੀ ਤੇ ਬਿਰਾਜਮਾਨ ਸ਼ਬਦ ਗੁਰੂ, ਜੁਗੋ ਜੁਗ ਅਟਲ। ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸੱਚੇ ਪਾਤਸ਼ਾਹ ਗੁਰੂ ਪਿਤਾ ਜੀ ਦੀ ਪਵਿੱਤਰ ਪਾਵਨ ਗੋਦ ਵਿੱਚ ਜੁੜ ਬੈਠੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਆਪਾਂ ਸਾਰੇ ਹੀ ਵਡਭਾਗੇ ਹਾਂ ਜੋ ਆਪਣੇ ਸਮੇਂ ਅਤੇ ਸਵਾਸਾਂ ਨੂੰ ਸਫਲੇ ਕਰਨ ਵਾਸਤੇ ਸਤਿਗੁਰਾਂ ਦੀ ਪਵਿੱਤਰ ਪਾਵਨ ਗੋਦ ਦਾ ਨਿੱਘ ਮਾਣ ਰਹੇ ਹਾਂ। ਸਤਿਗੁਰਾਂ ਨੇ ਅਪਾਰ ਰਹਿਮਤ ਕੀਤੀ ਹੈ। ਆਪ ਸੰਗਤਾਂ ਨੇ ਗੁਰਬਾਣੀ ਦੇ ਜਾਪ ਸਰਵਣ ਕੀਤੇ ਹਨ, ਜੋ ਹਫ਼ਤਾਵਾਰੀ ਸਮਾਗਮ ਗੁਰਦੁਆਰਾ ਸਾਹਿਬ ਵਿਖੇ ਹੁੰਦੇ ਹਨ। ਇਹਨਾਂ ਦੇ ਵਿੱਚ ਸਰਬੱਤ ਦੇ ਭਲੇ ਵਾਸਤੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਜਾਪ ਹੁੰਦੇ ਹਨ। ਉਸ ਤੋਂ ਉਪਰੰਤ ਗੁਰਮਤਿ ਦੀਆਂ ਕਥਾ ਵਿਚਾਰਾਂ ਦਾ ਸਮਾਂ ਹੁੰਦਾ ਹੈ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਕੁਝ ਸਮੇਂ ਵਾਸਤੇ ਆਪਾਂ ਗੁਰਮਤਿ ਵਿਚਾਰਾਂ, ਗੁਰ ਇਤਿਹਾਸ ਦੀ ਸਾਂਝ ਪਾਉਣੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਆਪ ਹੀ ਵਿੱਚ ਵਰਤ ਕਰਕੇ, ਪ੍ਰੇਮ ਸ਼ਰਧਾ ਭਾਵਨਾ ਦੇ ਸਹਿਤ ਹੋ ਕਰਕੇ ਗੁਰਬਾਣੀ, ਗੁਰ ਇਤਿਹਾਸ ਦੀ ਵਿਚਾਰ ਕਹਿਣ, ਸੁਣਨ, ਸਮਝਣ ਅਤੇ ਮੰਨਣ ਦੇ ਬਲ ਬਖਸ਼ਿਸ਼ ਕਰਨ। ਮਨ ਦੀ ਇਕਾਗਰਤਾ ਵਾਸਤੇ, ਵਿਚਾਰਾਂ ਦੀ ਪ੍ਰਾਰੰਭਤਾ ਵਾਸਤੇ ਹਾਜ਼ਰੀ ਲਵਾਉਂਦਿਆਂ ਹੋਇਆਂ ਸਾਰੇ ਹੀ ਆਪਾਂ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੀਸ ਝੁਕਾਉਂਦੇ ਹੋਏ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਅੰਮ੍ਰਿਤਮਈ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਬਾਣੀ ਗੁਰੂ ਹੈ ਤੇ ਗੁਰੂ ਹੀ ਬਾਣੀ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਆਪਾਂ ਗੁਰੂ ਸਰੂਪ ਕਰਕੇ ਜਾਣਦੇ ਹਾਂ। ਉਸੇ ਤਰ੍ਹਾਂ ਹੀ ਇਹ ਬਾਣੀ ਵੀ ਗੁਰੂ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਜੋਤ ਦਸਾਂ ਹੀ ਪਾਤਸ਼ਾਹੀਆਂ ਦੇ ਅੰਦਰ ਵਰਤੀ, ਤੇ ਉਹੀ ਜੋਤ ਜਿਹੜੀ ਹੈ ਹੁਣ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਵਰਤ ਰਹੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ, ਉਹਨਾਂ ਦੇ ਅੰਦਰ ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਜੋਤ ਬਿਰਾਜਮਾਨ ਹੋਈ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹੀਦੀ ਹੁੰਦੀ ਹੈ ਤਾਂ ਗੁਰਤਾ ਗੱਦੀ ਦੇ ਉੱਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਿਰਾਜਮਾਨ ਹੁੰਦੇ ਆ। ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬਚਨ ਕਹੇ ਸੀ ਜਾਣ ਤੋਂ ਪਹਿਲਾਂ ਕਿ ਤੁਸੀਂ ਹੁਣ ਸ਼ਸਤਰ ਧਾਰਨ ਕਰਨੇ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਬਚਨ ਕੀਤੇ ਸਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਿ ਤੁਸੀਂ ਹੁਣ ਸ਼ਸਤਰ ਧਾਰਨ ਕਰਨੇ। ਦਾਸ ਇਹ ਵਿਚਾਰ ਕਿਉਂ ਕਰ ਰਿਹਾ? ਕਿਉਂਕਿ ਜੋ ਕੱਲ੍ਹ ਦਿਨ ਲੰਘ ਕਰਕੇ ਗਿਆ ਉਹ ਦਿਨ ਸੀ ਮੀਰੀ ਪੀਰੀ ਦਿਵਸ, ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਮੀਰੀ ਤੇ ਪੀਰੀ ਦੀ ਤਲਵਾਰ ਜਿਹੜੀ ਸੀ ਉਹ ਪਹਿਨਣਾ ਕੀਤੀ। ਬਾਬਾ ਬੁੱਢਾ ਸਾਹਿਬ ਜੀ ਨੇ ਪਹਿਨਾਈ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਆਦੇਸ਼ ਦੇ ਕੇ ਗਏ ਸਨ ਛੇਵੇਂ ਪਾਤਸ਼ਾਹ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਆਦੇਸ਼ ਦਿੱਤਾ ਸੀ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸ਼ਹੀਦ ਹੋਣ ਤੋਂ ਪਹਿਲਾਂ ਜਦੋਂ ਲਾਹੌਰ ਨੂੰ ਜਾਂਦੇ ਆ
कि मेरे पुत्र गुरता गद्दी ते हुण तू विराजमान होना। ते ये ਜਿਹੜੇ लोग ने जालम लोग ने, इन्हां दी बिरती जिहड़ी है पशुआं वाली हो गई है। हुण देखियो आपां गुरबाणी दे अंदर भी जदों पढ़दे सुणदे आ ना, राह गुरबाणी ने सानूं दस्से आ, जिवें मैल लगदी है जदों कोई भी मनुख यात्रा ते जांदा। यात्रा दे कहण तो भाव आपां तीर्थ यात्रा नहीं, यात्रा वैसे ही हुंदी है कि जिवें किसी ने फरीदकोट तो मोगे आउणा, मोगे तो फरीदकोट जाना, ये भी एक यात्रा ही है, सफ़र ही है। ये शरीर का सफ़र है तो मैल लग जाती शरीर नूं, हत्थां नूं, पैरां नूं, चेहरे दे उत्ते, वस्त्रां दे उत्ते मिट्टी घट्टा पै जांदा। कई बार आपां किसी साधन ते बैठदे आ, उत्थे काला तेल लगा हुंदा, कई बार असीं उत्थे हत्थ ला लैंदे, उहदे नाल साडे हत्थ गंदे हो जांदे आ। ते इस तरह ही जिहड़ी धार्मिक यात्रा वो अंदर दी है, एक शरीर की यात्रा, बाहरली यात्रा ये बहुत कीती मनुख ने। तुरिया ही फिरदा, काम धंधे करदा, अपने घर तो खेत, खेत तो घरे, ये भी एक यात्रा, एक सफ़र है। जिस तरह इस सफ़र दे विच मैल लगदी है, तो ये जिहड़ी मैल है, गंदगी है, मनुख बाहरों धो लैंदा। ये बाहरली मैल है शरीर नूं लगी तो बाहरों ही धोती जा सकदी। बाहर साधन असीं इहो जिहे पैदा कर लए जिन्हां दे नाल साडी ये बाहर लगी हुई मैल जिहड़ी है साफ हो जाती है। हुण जिहड़ी धर्म की यात्रा वा वो अंदर दी है, वो मन की यात्रा है। तो मन जे धर्म वाले पासे तुरेगा तो वो मन जिहड़ा ना जे धर्मी हो जावे तो शरीर ते भी धर्म जिहड़ा प्रगट कर दिंदा। फिर शरीर दे उत्ते भी धर्म, धार्मिक चिन्ह जिहड़े पाए हुए वो साडे सफले हो जाते हैं। हुण जिवें मनुख यात्रा करदा, सफ़र करदा ते मैल लगदी, इस तरह ही मनुख दे मन नूं भी मैल लग जाती है, बुद्धि नूं भी मैल लग जाती, मन नूं भी मैल लग जाती। पर देखो साडे कोले सिर्फ बाहर देखण वाली अख है। असीं अपनी अख नाल वेख लैंदे, साडे हत्थ मैले हो गए, कपड़े मैले हो गए, शरीर मैला हो गया, दाड़े दे विच मिट्टी दे कण पै जांदे आ। असीं वेख लैंदे आ भी हुण साडी अख वेख लैंदी है कि ये शरीर दा अंग मैला हो गया। पर जिहड़ा मन है वो नहीं दिसदा। मन नूं वेखण वास्ते अख नहीं है, अख तो बाहर देखदी है। अख खुलदी है तो बाहर देखदी है। जदों तो असीं संसार विच आए हैं, सारे जदों तो जन्म लिया उदों तो साडी अख खुली है तो असीं बाहर ही देखिया। तो असीं भी सोचते हैं कि जो कुछ मिलना बाहरों ही मिलना। पर जे परमात्मा नूं मिलना चाहुंदे असीं, जिवें महाराज जी कहिंदे, दास ने अगे भी पिछले बुधवारे बेनती कीती सी कि जिहड़ा मनुखा शरीर है ना बड़ा दुर्लभ है, इहनूं एवें ना जाई गवाई जाइए। सानूं समझ नहीं हैगी तां ही कोई नशे लिखा के मरी जांदा, कोई फाहे लैके मरी जांदा, क्योंकि मनुखा जन्म दा सानूं पता ही नहीं भी बड़ा कीमती है ये। महाराज जी ने बाणी अंदर जिक्र किया, भाई प्राप्त मानुख देहुरीआ, गोबिंद मिलन की यह तेरी बरिया। ये दुर्लभ है, दुर्लभ देही। बार बार महाराज जी ने बाणी अंदर किया कि बड़ियां जूना तो बाद मिली है, सरदारी मिली हुई है, तेनू साम के रख, इनू सही तरीके नाल वरत, ते परमात्मा तक तू पहुँच सकदा। पहुँच की सकदा, तू परमात्मा हो सकदा। ये मनुख जिहड़ा ना परमात्मा हो सकदा। महाराज ने बाणी अंदर जिक्र किया, जो संत की गल करदे महाराज कहंदे, हर का सेवक हर ही जेहा, भेद ना जानो मानस देहा। कि हरि का जिहड़ा सेवक बन जाता है ना, वो हरि परमात्मा वर्गा। पातशाह जी के बचन आपां निता प्रति पढ़ते सुनते हैं। महाराज जी कहते, हर हर जन दुई एक है, बिविचार कछ नाहे, जल ते उपज तरंग ज्यों जल ही बिखै समाहे।
कि जिवें जल ਆਪਾਂ ਜਾਂਦੇ ਹਾਂ ਕਈ ਵਾਰ ਦਰਿਆਵਾਂ ਦੇ ਜਾਂ ਸਮੁੰਦਰਾਂ ਦੇ ਕੰਢਿਆਂ ਦੇ ਉੱਤੇ ਅਤੇ ਉੱਥੋਂ ਤਰੰਗਾਂ ਉੱਠਦੀਆਂ ਨੇ, ਲਹਿਰਾਂ ਉੱਠਦੀਆਂ ਨੇ। ਉਹ ਲਹਿਰਾਂ ਪਾਣੀ 'ਚ ਹੀ ਉੱਠਦੀਆਂ ਨੇ ਨਾ, ਅਤੇ ਪਾਣੀ ਵਿੱਚ ਹੀ ਮੁੜ ਕੇ ਸਮਾ ਜਾਂਦੀਆਂ ਨੇ। ਅਤੇ ਮਹਾਰਾਜ ਕਹਿੰਦੇ ਇਸ ਤਰ੍ਹਾਂ ਹੀ ਜਿਹੜਾ ਹਰੀ ਦਾ ਜਨ ਹੈ, ਹਰੀ ਦਾ ਭਗਤ ਹੈ, ਹਰੀ ਦਾ ਸੇਵਕ ਹੈ, ਉਹਦੇ ਵਿੱਚ ਅਤੇ ਪਰਮੇਸ਼ਰ ਦੇ ਵਿੱਚ ਕੋਈ ਅੰਤਰ ਨਹੀਂ ਰਹਿ ਜਾਂਦਾ, ਉਹ ਪਰਮੇਸ਼ਰ ਦਾ ਹੀ ਰੂਪ ਹੋ ਜਾਂਦਾ। ਦੇਖੋ ਐਡੀ ਦੁਰਲੱਭ ਦੇਹੀ ਹੈ ਕਿ ਅਸੀਂ ਪਰਮੇਸ਼ਰ ਵੀ ਬਣ ਸਕਦੇ ਹਾਂ। ਕੋਈ ਜਾਨਵਰ ਪਰਮੇਸ਼ਰ ਨਹੀਂ ਬਣ ਸਕਦਾ, ਪਰ ਸਾਨੂੰ ਸਮਝ ਨਹੀਂ ਅਸਲ 'ਚ ਇਸ ਦੇਹੀ ਦੀ। ਧਰਮ ਦੀ ਯਾਤਰਾ ਅੰਦਰ ਦੀ ਯਾਤਰਾ ਹੈ। ਬਾਹਰ ਤਾਂ ਮਨੁੱਖ ਨੇ ਸਫ਼ਰ ਬਹੁਤ ਕੀਤਾ, ਮੈਲ ਵੀ ਬੜੀ ਲੱਗ ਗਈ ਸਰੀਰ ਨੂੰ, ਉਸ ਮੈਲ ਨੂੰ ਧੋਣ ਦੇ ਸਾਧਨ ਵੀ ਪੈਦਾ ਕਰ ਲਏ। ਗੁਰਬਾਣੀ ਦੇ ਅੰਦਰ ਮਹਾਰਾਜ ਜੀ ਨੇ ਇਹ ਬਚਨ ਕਹੇ ਹਨ, ਉਹ ਬਾਣੀ ਆਪਾਂ ਨਿਤਾ ਪ੍ਰਤੀ ਪੜ੍ਹਦੇ ਸੁਣਦੇ ਹਾਂ। ਮਹਾਰਾਜ ਜੀ ਉਸ ਬਾਣੀ ਦੇ ਅੰਦਰ ਜ਼ਿਕਰ ਕਰਦੇ ਆ, ਨਿਤਨੇਮ ਦੀ ਬਾਣੀ ਹੈ, ਗੁਰਸਿੱਖ ਦੀ ਪਹਿਲੀ ਬਾਣੀ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਦਰ ਵੀ ਪਹਿਲੇ ਨੰਬਰ ਦੇ ਉੱਤੇ ਬਾਣੀ ਲਿਖੀ ਹੋਈ ਹੈ। ਆਰੰਭ ਇਸ ਬਾਣੀ ਤੋਂ ਹੀ ਹੁੰਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ। ਉਸ ਬਾਣੀ ਨੂੰ ਅਸੀਂ ਸਤਿਕਾਰ ਨਾਲ ਜਪਜੀ ਸਾਹਿਬ ਕਹਿੰਦੇ ਹਾਂ। ਹੈ ਉਸ ਬਾਣੀ ਦਾ ਨਾਂ ਜਪ ਹੈ। ਜਪ ਨਿਸ਼ਾਨ ਵੀ ਲਿਖਿਆ ਮਿਲਦਾ ਕਈ ਤਤਕਰਿਆਂ ਦੇ ਵਿੱਚ। ਉਸ ਬਾਣੀ ਦੇ ਅੰਦਰ ਮਹਾਰਾਜ ਜੀ ਨੇ ਜ਼ਿਕਰ ਕੀਤਾ ਹੈ ਦੋਵਾਂ ਰਸਤਿਆਂ ਦਾ, ਦੋਵਾਂ ਸਫ਼ਰ ਦਾ। ਵੀ ਦੋ ਸਫ਼ਰ ਹੈ, ਇੱਕ ਮਨੁੱਖ ਬਾਹਰੋਂ ਸਰੀਰ ਕਰਕੇ ਸਫ਼ਰ ਕਰਦਾ, ਇੱਕ ਅੰਦਰ ਦਾ ਸਫ਼ਰ ਹੈ। ਅੰਦਰ ਜਦੋਂ ਸਫ਼ਰ ਕਰਦਾ ਉਦੋਂ ਵੀ ਮੈਲ ਲੱਗਦੀ ਹੈ, ਜਦੋਂ ਬਾਹਰੋਂ ਸਫ਼ਰ ਕਰਦਾ ਉਦੋਂ ਵੀ ਮੈਲ ਲੱਗਦੀ ਹੈ। ਬਾਹਰਲੀ ਮੈਲ ਤਾਂ ਮਨੁੱਖ ਨੂੰ ਪਤਾ ਕਿਵੇਂ ਧੋਤੀ ਜਾਂਦੀ ਹੈ, ਪਰ ਅੰਦਰ ਦੀ ਮੈਲ ਦਾ ਉਹਨੂੰ ਪਤਾ ਨਹੀਂ। ਅਤੇ ਮਹਾਰਾਜ ਜੀ ਨੇ ਉੱਥੇ ਤਰੀਕਾ ਦੱਸਿਆ ਕਿ ਅੰਦਰ ਦੀ ਮੈਲ ਕਿਵੇਂ ਧੋਤੀ ਜਾਵੇ। ਸਤਿਗੁਰੂ ਜੀ ਦੇ ਬਚਨ ਆਪ ਜੀ ਨੇ ਬਹੁਤ ਵਾਰ ਪੜ੍ਹੇ ਸੁਣੇ ਹੋਣਗੇ। ਮਹਾਰਾਜ ਜੀ ਕਹਿੰਦੇ ਭਰੀ ਹੈ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉਤਰ ਸੋ ਖੇਹ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ। ਪੜ੍ਹਦੇ ਆਪਾਂ ਰੋਜ਼ ਹੀ ਬਾਣੀ, ਅਤੇ ਬਚਨ ਕਈ ਵਾਰ ਪੜ੍ਹ ਕੇ ਅਸੀਂ ਲੰਘ ਗਏ ਹੋਵਾਂਗੇ, ਪਰ ਕਦੇ ਇਹਨਾਂ 'ਤੇ ਵਿਚਾਰ ਨਹੀਂ ਕੀਤੀ ਹੋਵੇਗੀ ਮਹਾਰਾਜ ਕਹਿਣਾ ਕੀ ਚਾਹੁੰਦੇ ਆ ਸਾਨੂੰ। ਮਹਾਰਾਜ ਜੀ ਦੀ ਵਿਚਾਰ ਕੀ ਹੈ, ਸਤਿਗੁਰੂ ਜੀ ਸਾਨੂੰ ਕੀ ਸਮਝਾਉਣਾ ਚਾਹੁੰਦੇ ਇਹਦੇ ਵਿੱਚ। ਮਹਾਰਾਜ ਕਹਿੰਦੇ ਭਰੀ ਹੈ ਹੱਥ ਪੈਰ ਤਨ ਦੇਹ। ਕਿ ਜਿਹੜਾ ਸਾਡੇ ਹੱਥ ਹੈ, ਪੈਰ ਹੈ, ਸਰੀਰ ਹੈ, ਇਹ ਭਰਿਆ ਜਾਂਦਾ ਕਾਹਦੇ ਨਾਲ? ਜਦੋਂ ਅਸੀਂ ਕਿਸੇ ਸਫ਼ਰ 'ਤੇ ਜਾਂਦੇ ਹਾਂ ਅਤੇ ਸਫ਼ਰ 'ਤੇ ਜਾਣ ਦੇ ਨਾਲ ਸਾਡੇ ਸਰੀਰ ਨੂੰ ਮਿੱਟੀ ਘੱਟਾ ਧੂੜ ਆਦਿਕ ਮੈਲ ਲੱਗ ਜਾਂਦੀ ਹੈ, ਅਤੇ ਉਹ ਮੈਲ ਜਿਹੜੀ ਹੈ ਮਿੱਟੀ ਆਦਿਕ ਹੈ ਕਿਹਦੇ ਨਾਲ ਧੋਤੀ ਜਾਂਦੀ? ਮਹਾਰਾਜ ਕਹਿੰਦੇ ਪਾਣੀ ਧੋਤਾ ਉਤਰ ਸੋ ਖੇਹ। ਖੇਹ ਕਹਿੰਦੇ ਮਿੱਟੀ ਘੱਟੇ ਨੂੰ, ਧੂੜ ਆਦਿਕ ਨੂੰ। ਵੀ ਜਦੋਂ ਸਰੀਰ ਦੇ ਹੱਥਾਂ ਦੇ ਉੱਤੇ, ਮੂੰਹ ਦੇ ਉੱਤੇ, ਸਾਡੇ ਜਾਂ ਪੈਰਾਂ ਦੇ ਉੱਤੇ ਮਿੱਟੀ ਘੱਟਾ ਲੱਗ ਜਾਵੇ ਅਤੇ ਅਸੀਂ ਉਹਨੂੰ ਪਾਣੀ ਨਾਲ ਧੋ ਲੈਂਦੇ ਹਾਂ। ਪਾਣੀ ਨਾਲ ਧੋ ਕੇ ਸਾਫ਼ ਕਰ ਲੈਂਦੇ ਹਾਂ, ਕਿਉਂਕਿ ਮਨੁੱਖ ਨੂੰ ਗੰਦਗੀ ਚੰਗੀ ਨਹੀਂ ਲੱਗਦੀ। ਇਹ ਇੱਕ ਮਨੁੱਖ ਦੀ ਦੇਖਿਓ ਫਿਤਰਤ ਹੈ, ਸੁਭਾਅ ਹੈ ਕਹਿ ਲਓ, ਕਿ ਮਨੁੱਖ ਨੂੰ ਨਾ ਚੀਜ਼ ਜਿਹੜੀ ਹੈ ਗੰਦੀ ਚੰਗੀ ਨਹੀਂ ਲੱਗਦੀ। ਹੱਥ ਨੂੰ ਚੰਗੇ ਆਪਦੇ ਗੰਦੇ ਚੰਗੇ ਨਹੀਂ ਲੱਗਦੇ, ਵਾਰ ਵਾਰ ਹੱਥ ਧੋਂਦਾ। ਕੱਪੜੇ ਗੰਦੇ ਨਹੀਂ ਪਾ ਕੇ ਕੋਈ ਰਾਜੀ ਹੁੰਦਾ। ਘਰ ਦੇ ਵਿੱਚ ਵੀ ਆਪਾਂ ਵੇਖਦੇ ਹਾਂ ਮਾਤਾਵਾਂ, ਭੈਣਾਂ, ਬੀਬੀਆਂ ਝਾੜੂ ਕਰਦੀਆਂ, ਪੋਚਾ ਲਾਉਂਦੀਆਂ, ਸਫਾਈ ਰੱਖਦੀਆਂ। ਜੇ ਬੱਚੇ ਗੰਦ ਪਾ ਦੇਣ ਅਤੇ ਉਹਨਾਂ ਨੂੰ ਝਿੜਕਦੀਆਂ, ਮੈਂ ਕਿਹਾ ਹੁਣੇ ਸਫਾਈ ਕੀਤੀ। ਸਾਰਿਆਂ ਨੂੰ ਚੰਗੀ ਲੱਗਦੀ ਹੈ, ਕਿਸੇ ਨੂੰ ਚੰਗੀ ਨਹੀਂ ਲੱਗਦੀ। ਨਾ ਕੋਈ ਆਪਣੇ ਕੱਪੜਿਆਂ 'ਤੇ ਚਾਹੁੰਦਾ ਕਿ ਮੇਰੇ ਕੱਪੜਿਆਂ 'ਤੇ ਗੰਦਗੀ ਨਾ ਹੋਵੇ, ਕੋਈ ਸਰੀਰ 'ਤੇ ਕੋਈ ਮਿੱਟੀ ਘੱਟਾ ਆਦਿਕ ਨਾ ਪਿਆ ਹੋਵੇ, ਤਾਂ ਮਨੁੱਖ ਪਾਣੀ ਦੇ ਨਾਲ ਉਹਨੂੰ ਧੋ ਲੈਂਦਾ। ਫਿਰ ਮਹਾਰਾਜ ਜੀ ਕਹਿੰਦੇ ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ। ਕਿਸੇ ਇਹੋ ਜਿਹੀ ਕਿਰਿਆ ਦੇ ਨਾਲ, ਵੀ ਜਿਵੇਂ ਲਘੂ ਸ਼ੰਕਾ, ਦੀਰਘ ਸ਼ੰਕਾ, ਜਿਹੜੀ ਕਿਰਿਆ ਦੇ ਨਾਲ ਪਿਸ਼ਾਬ ਆਦਿਕ ਕਹਿ ਲਈਏ, ਉਹਦੇ ਨਾਲ ਕਹਿੰਦੇ ਕਿਤੇ ਕੱਪੜੇ ਪਲੀਤ ਹੋ ਜਾਣ, ਅਪਵਿੱਤਰ ਹੋ ਜਾਣ, ਗੰਦੇ ਹੋ ਜਾਣ, ਅਤੇ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਕੱਪੜਿਆਂ ਨੂੰ ਹੀ ਸਾਫ਼ ਕਰਨ ਵਾਸਤੇ ਮਨੁੱਖ ਨੇ ਸਾਧਨ ਪੈਦਾ ਕਰ ਲਏ।
ਪੁਰਾਣੇ ਸਮਿਆਂ 'ਚ ਲੋਕ ਰੀਠੇ ਨਾਲ ਧੋ ਲੈਂਦੇ ਸੀ ਕੱਪੜਿਆਂ ਨੂੰ। ਅੱਜ ਉਹ ਸਾਬਣ ਆ ਗਏ, ਸਾਬਣ ਦੇ ਨਾਲ ਕੱਪੜਿਆਂ ਨੂੰ ਧੋ ਕੇ ਸਾਫ਼ ਕਰ ਲਿਆ ਜਾਂਦਾ। ਗੰਦਗੀ ਜਿਹੜੀ ਹੈ ਉਹ ਚੰਗੀ ਨਹੀਂ ਲੱਗਦੀ। ਹੁਣ ਦੇਖੋ, ਜਦੋਂ ਬਾਹਰਲੀ ਯਾਤਰਾ ਕੀਤੀ ਮਨੁੱਖ ਨੇ, ਕੱਪੜੇ ਗੰਦੇ ਹੋ ਗਏ, ਹੱਥ ਗੰਦੇ ਹੋ ਗਏ, ਉਹਨਾਂ ਨੂੰ ਸਾਫ਼ ਕਰਨ ਵਾਸਤੇ ਸਾਧਨ ਪੈਦਾ ਕਰ ਲਏ। ਪਰ ਜਿਹੜੀ ਧਰਮ ਦੀ ਯਾਤਰਾ ਉਹ ਅੰਦਰ ਦੀ ਯਾਤਰਾ ਵਾ। ਹੁਣ ਜਿਹੜਾ ਸਾਡਾ ਮਨ ਹੈ ਜਾਂ ਸਾਡੀ ਬੁੱਧੀ ਹੈ, ਇਹਨੂੰ ਵੀ ਮੈਲ ਲੱਗੀ ਹੋਈ ਹੈ। ਪਰ ਇਹਨੂੰ ਪਤਾ ਕਿਵੇਂ ਲੱਗੇ ਸਾਨੂੰ ਵੀ ਇਹ ਮੈਲੇ ਆ। ਜਿਵੇਂ ਕੋਈ ਮਨੁੱਖ, ਕਈ ਵਾਰ ਆਪਾਂ ਉਹਦੇ ਨਾਲ ਕੋਈ ਗੱਲਬਾਤ ਕਰੀਏ, ਉਹ ਕਹਿੰਦਾ ਮੇਰਾ ਮਨ ਤਾਂ ਬਹੁਤ ਸਾਫ਼ ਹੈ, ਮੈਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਹੈ। ਹਰੇਕ ਮਨੁੱਖ ਇਹ ਸੋਚਦਾ ਸ਼ਾਇਦ ਮੇਰਾ ਮਨ ਬੜਾ ਸਾਫ਼ ਹੈ। ਪਰ ਇਹ ਪਤਾ ਲੱਗ ਜਾਣਾ ਕਿ ਮਨ ਸਾਫ਼ ਨਹੀਂ ਹੈਗਾ, ਇਹ ਵੀ ਬਹੁਤ ਵੱਡੀ ਪ੍ਰਾਪਤੀ ਹੈ, ਕਿਉਂਕਿ ਰੋਗ ਲੱਭ ਗਿਆ। ਇਲਾਜ ਤਾਂ ਹੀ ਹੋਵੇਗਾ ਨਾ ਜੇ ਬਿਮਾਰੀ ਲੱਭੇਗੀ। ਆਪਾਂ ਕਿਸੇ ਡਾਕਟਰ ਕੋਲ ਜਾਂਦੇ ਹਾਂ, ਡਾਕਟਰ ਸਾਨੂੰ ਪੁੱਛਦਾ ਵੀ ਹੈ ਅਤੇ ਅਸੀਂ ਡਾਕਟਰ ਨੂੰ ਦੱਸਦੇ ਹਾਂ। ਕੁਝ ਡਾਕਟਰ ਆਪਣੇ ਕੋਲੋਂ ਦੱਸਦਾ, ਭਾਈ ਤੈਨੂੰ ਇਸ ਤਰ੍ਹਾਂ ਹੁੰਦਾ। ਫਿਰ ਉਹ ਬਿਮਾਰੀ ਨੂੰ ਲੱਭਦਾ, ਬਿਮਾਰੀ ਲੱਭ ਕੇ ਇਲਾਜ ਕਰਦਾ, ਫਿਰ ਇਲਾਜ ਸਹੀ ਹੋ ਜਾਂਦਾ ਜੇ ਰੋਗ ਲੱਭ ਜਾਵੇ। ਜੇ ਰੋਗ ਹੀ ਨਾ ਲੱਭਿਆ, ਜਿੰਨੀਆਂ ਮਰਜ਼ੀ ਦਵਾਈਆਂ ਖਾਈ ਜਾਓ, ਉਹਨੇ ਦਵਾਈ ਨੇ ਅਸਰ ਨਹੀਂ ਕਰਨਾ। ਹੁਣ ਮਨ ਬਿਮਾਰ ਹੈ, ਬੁੱਧੀ ਬਿਮਾਰ ਹੈ, ਅਤੇ ਜੇ ਸਾਨੂੰ ਇਹ ਨਾ ਪਤਾ ਲੱਗਾ ਤਾਂ ਫਿਰ ਅਸੀਂ ਇਲਾਜ ਕਿੱਥੋਂ ਕਰਾਵਾਂਗੇ ਇਹਦਾ। ਹੁਣ ਮਨ ਅਤੇ ਬੁੱਧੀ ਨੂੰ ਜੇ ਵੇਖਣਾ ਹੋਵੇ ਵੀ ਇਹ ਬਿਮਾਰ ਆ, ਅਤੇ ਉਹਦਾ ਇੱਕ ਤਰੀਕਾ ਇਹ ਆ ਵੀ ਤੁਸੀਂ ਜਦੋਂ ਗੁਰਬਾਣੀ ਪੜ੍ਹਨ ਬੈਠੋ, ਗੁਟਕਾ ਸਾਹਿਬ ਹੱਥ 'ਚ ਫੜਿਆ ਹੋਵੇ, ਅਤੇ ਤੁਸੀਂ ਇਹ ਖਿਆਲ ਕਰਿਓ ਵੀ ਤੁਸੀਂ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ ਇੱਕ ਓਅੰਕਾਰ ਤੋਂ। ਕੇਤੀ ਛੁੱਟੀ ਨਾਲ ਤੱਕ ਤੁਹਾਡਾ ਮਨ ਜਿਹੜਾ ਸੀ ਉਹ ਗੁਰਬਾਣੀ ਦੇ ਵਿੱਚ ਰਿਹਾ। ਇੱਕ ਓਅੰਕਾਰ ਤੋਂ ਸ਼ੁਰੂ ਕੀਤਾ, ਕੇਤੀ ਛੁੱਟੀ ਨਾਲ ਤੱਕ ਪੜ੍ਹਿਆ ਪਾਠ ਸਾਰਾ ਜਪਜੀ ਸਾਹਿਬ ਦਾ ਸੀ। ਕਿ ਉਹ ਜਪਜੀ ਸਾਹਿਬ ਦਾ ਪਾਠ ਕਰਦਿਆਂ, ਇੱਕ ਇੱਕ ਤੁਕ ਨੂੰ ਪੜ੍ਹਦਿਆਂ, ਇੱਕ ਇੱਕ ਪੰਗਤੀ ਨੂੰ ਪੜ੍ਹਦਿਆਂ ਹੋਇਆਂ ਸਾਡਾ ਮਨ ਕਿਤੇ ਬਾਹਰ ਤਾਂ ਨਹੀਂ ਗਿਆ। ਜੇ ਸਾਡਾ ਮਨ ਬਾਹਰ ਨੂੰ ਭੱਜਦਾ, ਬਾਹਰ ਜਾਂਦਾ ਕਿਤੇ, ਤੇ ਸਮਝ ਲਓ ਜਿੰਨਾ ਉਹ ਬਾਹਰ ਭੱਜਦਾ ਫਿਰੇਗਾ, ਬਾਣੀ ਦੇ ਨੇੜੇ ਨਹੀਂ ਆਇਆ, ਸਮਝੋ ਹਜੇ ਮਨ ਬਹੁਤ ਮੈਲਾ ਸਾਡਾ ਫੁਰਨੇ ਉਠਾ ਰਿਹਾ। ਜੇ ਕਥਾ ਕੀਰਤਨ ਸੁਣਨ ਵਿੱਚ ਬੈਠੇ ਹੋਏ ਹਾਂ, ਅਸੀਂ ਗੁਰੂ ਕੋਲੇ ਬੈਠੇ, ਬਾਣੀ ਦਾ ਪਾਠ ਹੋ ਰਿਹਾ, ਕੀਰਤਨ ਹੋ ਰਿਹਾ, ਕਥਾ ਹੋ ਰਹੀ, ਜੇ ਸਾਡਾ ਮਨ ਉਹਦੇ ਵਿੱਚ ਨਹੀਂ ਖੁੱਭ ਰਿਹਾ, ਮਨ ਅਸੀਂ ਬੈਠੇ ਜ਼ਰੂਰ ਆ, ਸਰੀਰ ਕਰਕੇ ਆ ਗਏ ਹਾਂ ਗੁਰੂ ਦੇ ਕੋਲ, ਪਰ ਮਨ ਸਾਡਾ ਕਿੱਥੇ ਆ? ਮਨ ਸਾਡਾ ਘਰੇ ਤੁਰਿਆ ਫਿਰਦਾ, ਜਾਂ ਖੇਤ ਦੀਆਂ ਵੱਟਾਂ 'ਤੇ ਤੁਰਿਆ ਫਿਰਦਾ, ਜਾਂ ਆੜਾਂ ਘੜਨ ਤੁਰਿਆ ਫਿਰਦਾ ਵੀ ਹਜੇ ਬਾਬਾ ਜੀ ਕੋਲ ਹੋ ਕੇ ਛੇਤੀ ਛੇਤੀ ਜਾ ਕੇ ਖੇਤ ਆੜਾਂ ਘੜਨੀਆਂ, ਵੀ ਛੇਤੀ ਛੇਤੀ ਕੰਮ ਨਿਬੜ ਜੇ, ਅਰਦਾਸ ਹੋ ਜਾਵੇ। ਕਿਉਂਕਿ ਮਨ ਬੜਾ ਚੰਚਲ ਹੈ। ਮਹਾਰਾਜ ਜੀ ਨੇ ਬਾਣੀ ਅੰਦਰ ਇਹ ਗੱਲ ਕਹੀ ਕਿ ਮਨ ਜਿਹੜਾ ਨਾ ਬੜਾ ਚੰਚਲ ਹੈ। ਨਿਮਖ ਮਾਹੇ ਚਾਰ ਕੁੰਟ ਫਿਰ ਆਵੇ। ਇੱਕ ਨਿਮਖ, ਨਿਮਖ ਕਿਹਨੂੰ ਕਹਿੰਦੇ? ਅੱਖ ਨੂੰ ਬੰਦ ਕਰਕੇ ਖੋਲ੍ਹ ਲਈਏ ਨਾ, ਇੰਨੇ ਸਮੇਂ ਵਿੱਚ ਇਹ ਚਾਰੇ ਕੁੰਡਾਂ ਵਿੱਚ ਫਿਰ ਆਉਂਦਾ, ਚਾਰੇ ਕੁੰਡਾਂ ਦੇ ਵਿੱਚ। ਤੁਸੀਂ ਦੇਖਿਓ ਕਈ ਵਾਰ ਤਜਰਬਾ ਕੀਤਾ ਹੋਣਾ, ਬੈਠੇ ਆਪਾਂ ਗੁਰੂ ਦੀ ਹਜ਼ੂਰੀ ਵਿੱਚ ਹੁੰਦੇ ਹਾਂ ਅਤੇ ਮਨ ਕੈਨੇਡਾ ਪਹੁੰਚਿਆ ਹੁੰਦਾ, ਸਰੀਰ ਤਾਂ ਇੱਥੇ ਹੀ ਹੁੰਦਾ ਨਾ। ਮਨ ਦੀ ਕਿੰਨੀ ਤੇਜ਼ ਰਫ਼ਤਾਰ ਹੈ, ਕਿੰਨੀ ਤੇਜ਼ ਗਤੀ ਹੈ ਕਿ ਕੈਨੇਡਾ, ਅਮਰੀਕਾ ਜਾਂ ਹੋਰ ਕਿਸੇ ਦੇਸ਼ ਵਿੱਚ ਜਾਣ ਵਾਸਤੇ ਸਮਾਂ ਲੱਗਦਾ 12 ਘੰਟੇ, 14 ਘੰਟੇ, 20 ਘੰਟੇ, 25 ਘੰਟੇ, ਅਤੇ ਮਨ ਇੱਕ ਨਿਮਖ ਦੇ ਵਿੱਚ ਉੱਥੇ ਪਹੁੰਚ ਜਾਂਦਾ। ਕਿੰਨੀ ਤੇਜ਼ ਰਫ਼ਤਾਰ ਹੈ। ਹਾਂ, ਦੁਨੀਆ ਦੇ ਵਿੱਚ ਜੇ ਅੱਜ ਦਾ ਸਮਾਂ ਜਿਹੜਾ ਸਾਇੰਸ ਦਾ ਯੁੱਗ ਹੈ, ਵਿਗਿਆਨਕ ਯੁੱਗ ਇਹਨੂੰ ਕਹਿੰਦੇ ਆ, ਇਹਦੇ ਵਿੱਚ ਅਸੀਂ ਤੇਜ਼ ਤੁਰਾਂਗੇ ਤਾਂ ਜ਼ਮਾਨੇ ਦੇ ਨਾਲ ਤੁਰ ਸਕਦੇ ਹਾਂ, ਅਸੀਂ ਤਰੱਕੀ ਕਰ ਲਵਾਂਗੇ। ਸਾਰਾ ਜ਼ਮਾਨਾ ਹੀ ਅੱਜ ਤੇਜ਼ ਤੁਰਿਆ ਜਾਂਦਾ, ਬਹੁਤ ਫਾਸਟ ਅੱਜ। ਪਰ ਧਰਮ ਦੀ ਦੁਨੀਆ 'ਚ ਤੇਜ਼ ਨਹੀਂ ਚੱਲਿਆ ਜਾਂਦਾ। ਧਰਮ ਦੀ ਦੁਨੀਆ ਸਹਿਜ ਦੀ ਦੁਨੀਆ ਹੈ।
धर्म की दुनिया दे विच चलना होवे ना, परमेश्वर के रस्ते ते चलना होवे तो बड़ा सहज चाहिए, बड़ा हौली हौली चलना पैंदा है। तो रस्ता वो बड़ा बिखम, बड़ा कठिन है, बड़ा औखा रस्ता वा। भगत कबीर जी ने कहा, भगत कबीर जी के वचन ने, कबीर जिह मार्ग पंडित गए पाछे परी बहीर। भी जेड़े मार्ग ते पंडित विद्वान लोग गए ना, ज्ञानी लोग गए, उन्होंने मगर बड़ियां भीड़ां तुरियां फिरदियां। अज देखते ही हैं ना आप, किन्नियां भीड़ां तुरियां फिरदियां विद्वान लोगों के मगर, संत लोगों के मगर। पर नाल ये भी कह देता, एक अवकट घाटी राम की ते चढ़ रहे हो कबीर। कहते कबीर कहता मेरे मगर किसी की भीड़ नहीं, ना मेरे कोई अगे दींदा मैनू, ना कोई मेरे पिछे दींदा, मैं वो राम की घाटी चढ़दा पिया। बड़ी औखी घाटी है ये, सूरी उपर खेलना, बड़ा औखा रस्ता है। पर जिन्हों ये समझ आ जाती है ना, बस जिवें बुल्ले शाह बारे आप सुनते हैं ना, कि बुल्ले शाह तुरिया जाता सी, ਉਹਦੇ मगर एक माता तुरी जाती, सिर ते उन्हें टोकरा चक्या होया गोहे का, तो बुल्ला शाह किते इधर नूं हो जाए गली दे विच, किते इधर नूं तुर पवे। पिछों माता ने आवाज़ दी, बुल्लिया किहड़े चक्करां च पिया होया, एक पासे हो जा, मैनू भी लंघ लैण दे। उन्हें तो अपने हिसाब नाल कहा भी किते तू इधर नूं हो जाना, किते इधर नूं हो जाना, एक पासा कर ला। तो बुल्ला मन च सोचदा जांदा सी कि दुनिया वाले पासे जावां कि अल्लाह वाले पासे जावां। तो उस तो ही उन्होंने ज्ञान मिल गया कि एक पासा कर ला, दोवां पासियां नाल गल नहीं बननी। बुल्ले शाह ने पूछा भी सी अपने गुरु नूं कि परमेश्वर की प्राप्ति किवें हुंदी है। तो बुल्ले शाह नूं उहदे उस्ताद ने कहा सी, बस पट के इधरों पट के इधर लाउणा, बस भी मन जिहड़ा वकारां वल्ली भजदा है, दुनियावी पदार्थां सुखां वल्ली भजदा, उहनूं रोक के गुरु वाले पासे लाउणा बस। पर सानूं पता होना चाहिए साडा मन भज रिहा, बस रोग लभ जावे सानूं। जे रोग लभ गया तो उहदा इलाज भी है, फिर इलाज उहदा गुरु महाराज जी बाणी दे अंदर दस दिंदे आ। इस तरह इतिहास दे विच भी आपां एक साखी बड़ी बार पढ़ते सुनते हैं, क्योंकि गुरबाणी नूं कई बार समझाउण वास्ते फिर साखियां दा सहारा भी लेना पैंदा। हुण मन मैला क्यों, देखियो महाराज जी कहंदे मन मैला सब किश मैला, तन धोता मन हच्छा ना होए। गुरबाणी विच महाराज ने बचन लिखिया, जे मन मैला ना तो साडा सब कुछ मैला। तन धोता है, कला तन शरीर धोण दे नाल तन धोता है, मन हच्छा ना होए। मन साफ नहीं हुंदा जे असीं शरीर नूं कल्ले नूं धो लईए। हाँ, शरीर काहदे वास्ते धोना है, इत्थे ये नहीं समझना कि नहाउणा नहीं चाहिए, इशनान नहीं करना चाहिए। इशनान क्यों करना है, क्योंकि शरीर की सफाई वास्ते लोड़ है इस चीज़ की। हुण तुसीं देखियो, अज नहीं इशनान किया, अज तुसीं सवेरे उठो, बुरश ना करो, अखां ना धोवो, मूँह ना अपना धोवो, इशनान ना करो, सारा दिन उवें ही कढ लो, दूसरा दिन भी उवें ही कढ लो, तो तुहाडे कोल नहीं कोई बैठेगा, क्योंकि तुहाडे मूँह चों बो मारेगी, शरीर चों पसीने की बो मारेगी, अखां च तुहाडे गिड्डां होणगीਆਂ, तो अगले ने तेरे तो अपने कोल बैठना नहीं होना, तू तो मूँह नहीं धो के आया। बाहरली सफाई जरूरी है ना, बाहरली सफाई जरूरी है शरीर की। उस तरह ही अंदर मन है जिहड़ा साडा, उहदी भी सफाई बड़ी जरूरी है। जिवें बाहरों शरीर नूं साफ की लिबड़े हुए शरीर, गंदे शरीर नूं लोग पसंद नहीं ना करते, इस तरह ही जिहड़ा मन साडा गंदगी नाल जां बुद्धि साडी गंदगी नाल भरी हुई है ना, उहनूं वाहिगुरू भी प्रवान नहीं करता। वाहिगुरू नूं किवें मन चंगा लग सकदा फिर जिस गंदगी भरी होवे। ते हुण मन दे विच गंदगी किवें पता लगू, जे असीं संगत विच आके बैठांगे। तां ही महाराज कहंदे ना, सतगुरां दे वचन ने गुरबाणी दे अंदर बड़ी वार महाराज ने सानूं समझाया। महाराज जी कहंदे ये मन जिहड़ा बड़ा मैला हो चुका है, पर धोता कित्थे जावेगा। महाराज कहंदे गुरु द्वारे होए सोझी पाए सी, एत द्वारे धोए अच्छा होए सी। भी गुरु दे द्वारे ते आ, गुरु द्वारा गल नूं समझ आवेगी तैनूं, गुरु दे द्वारा
ਏਤ ਦੁਆਰੇ ਧੋਏ, ਇਸ ਦੁਆਰੇ ਤੇ ਤੈਨੂੰ ਤਰੀਕਾ ਮਿਲੇਗਾ ਧੋਣ ਦਾ, ਮਨ ਨੂੰ ਧੋਣ ਦਾ, ਬੁੱਧੀ ਨੂੰ ਧੋਣ ਦਾ, ਫਿਰ ਇਹ ਅੱਛਾ ਹੋ ਜਾਵੇਗਾ। ਉਹ ਤਰੀਕਾ ਕੀ ਹੈ? ਹੁਣ ਮਨ ਮੈਲਾ ਕਿਵੇਂ ਹੁੰਦਾ ਇਹ ਵੀ ਆਪਾਂ ਦੇਖ ਲਈਏ ਕੁਝ। ਮਹਾਰਾਜ ਜੀ ਕਹਿੰਦੇ ਅੱਖਾਂ ਨੇ, ਅੱਖਾਂ ਦੇ ਨਾਲ ਆਪਾਂ ਦੇਖਦੇ ਹਾਂ, ਤੇ ਅੱਖਾਂ ਦਾ ਵਿਸ਼ਾ ਕੀ ਹੈ? ਰੂਪ। ਇਹਨੇ ਰੂਪ ਵੇਖਣਾ। ਤੇ ਸਾਡੇ ਵਿਦਵਾਨ ਇਹ ਕਹਿੰਦੇ ਕਿ 80% ਜਿਹੜੀ ਗੰਦਗੀ ਹੈ ਨਾ ਸਾਡੇ ਅੰਦਰ ਅੱਖਾਂ ਦੇ ਨਾਲ ਜਾਂਦੀ ਹੈ, ਮਨ ਨੂੰ ਮੈਲਾ ਕਰਦੀ, ਬੁੱਧੀ ਨੂੰ ਮੈਲਾ ਕਰਦੀ। 80% ਗੰਦਗੀ। ਕਿਉਂਕਿ ਜਦੋਂ ਅਸੀਂ ਕਿਤੇ ਧਨ ਦੇਖਿਆ, ਤੁਰੇ ਜਾਂਦੇ ਰਸਤੇ ਦੇ ਵਿੱਚ, 100 ਰੁਪਇਆ ਡਿੱਗਿਆ ਸਾਨੂੰ ਦਿਸ ਪਵੇ ਤੇ ਅਸੀਂ ਉੱਤੇ ਪੈਰ ਰੱਖ ਲੈਂਦੇ ਹਾਂ, ਗੰਦਗੀ ਉਹਦੀ ਆ ਗਈ ਨਾ ਮਨ 'ਚ। ਲਾਲਚ, ਅੱਖਾਂ ਨੇ ਦੇਖਿਆ ਤੇ ਮਨ 'ਚ ਲਾਲਚ ਆ ਗਿਆ ਵੀ ਇਹ ਹੁਣ 100 ਰੁਪਇਆ ਚੱਕ ਲਈਏ। ਫਿਰ ਬੁੱਧੀ ਕਹਿੰਦੀ ਹੈ ਨਾਲ, ਕਿਉਂਕਿ ਵੇਖ ਅੱਗੇ ਪਿੱਛੇ ਤਾਂ ਨਹੀਂ ਆਉਂਦਾ, ਪੈਰ ਰੱਖ ਲਾ ਉੱਤੇ। ਫਿਰ ਅੱਗੇ ਪਿੱਛੇ ਵੇਖ ਕੇ ਫਿਰ ਹੌਲੀ ਕਿਤੇ ਨੇ ਚੱਕ ਲੈਂਦਾ। ਅੱਖਾਂ ਨੇ ਦੇਖਿਆ ਨਾ, ਅੱਖਾਂ ਕੰਮ ਕਰਦੀਆਂ। ਅੱਖਾਂ ਨੇ ਦੇਖਿਆ ਰੂਪ ਵੀ 100 ਰੁਪਏ ਦਾ ਨੋਟ ਪਿਆ, ਭਾਵੇਂ ਆਪਦੀ ਜੇਬ 'ਚ 10,000 ਰੁਪਇਆ ਹੋਵੇ, ਮਨ ਤਾਂ ਮੈਲਾ ਨਾ। ਅੱਖਾਂ ਰਾਹੀਂ ਗੰਦਗੀ ਬਹੁਤ ਸਾਡੇ ਅੰਦਰ ਜਾਂਦੀ ਹੈ। ਫਿਰ ਦੂਸਰਾ ਕੰਨ। ਹੁਣ ਕੰਨਾਂ ਦੇ ਨਾਲ ਵੀ ਸਾਡੇ ਅੰਦਰ ਗੰਦਗੀ ਜਾਂਦੀ ਹੈ। ਕੰਨਾਂ ਦੇ ਨਾਲ ਅਸੀਂ ਨਿੰਦਿਆ, ਸਾਰਾ ਦਿਨ ਨਿੰਦਿਆ ਚੁਗਲੀ ਸੁਣਦੇ ਹਾਂ, ਸਾਰਾ ਦਿਨ। ਜੇ ਕਿਸੇ ਨੂੰ ਕਹਿ ਦਈਏ ਭਾਈ ਇੱਥੇ ਬੈਠ ਕੇ ਅੱਧਾ ਘੰਟਾ ਪੌਣਾ ਘੰਟਾ ਤੂੰ ਗੁਰਬਾਣੀ ਸੁਣ ਲਾ, ਕਥਾ ਸੁਣ ਲਾ, ਕੀਰਤਨ ਸੁਣ ਲਾ, ਕਹਿੰਦਾ ਬਾਬਾ ਜੀ ਬਹੁਤ ਔਖਾ ਚੌਂਕੜਾ ਮਾਰ ਕੇ ਬੈਠਣਾ, ਬਹੁਤ ਔਖਾ ਕੰਮ ਹੈ। ਪਰ ਤੁਸੀਂ ਦੇਖਿਓ ਪਿੰਡਾਂ ਦੇ ਵਿੱਚ ਰਹਿਣ ਵਾਲੇ ਆਪਾਂ ਸਾਰੇ, ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਇਸ ਗੱਲ ਦਾ ਵੀ ਪਿੰਡਾਂ ਦੇ ਵਿੱਚ ਬੋਹੜਾਂ ਦੇ ਥੱਲੇ ਬੈਂਚ ਡੱਠੇ ਹੁੰਦੇ ਆ, ਥੜੇ ਬਣੇ ਹੁੰਦੇ ਆ, ਉੱਥੇ ਸਾਰਾ ਦਿਨ ਤਾਸ਼ ਕੁੱਟੀ ਜਾਈਦੀ ਹੈ। ਫਿਰ ਪਿੰਡ ਦੀ ਕੋਈ ਇਹੋ ਜਿਹੀ ਗੱਲ ਨਹੀਂ ਹੁੰਦੀ, ਨਿੰਦਿਆ ਚੁਗਲੀ ਜਿਹੜੀ ਅਸੀਂ ਉੱਥੇ ਨਹੀਂ ਕਰਦੇ। ਮਨ ਅੱਕਦਾ, ਮਨ ਮੈਲਾ ਹੈ ਨਾ। ਫਿਰ ਗੰਦਗੀ ਕਿਹਨੇ? ਕੰਨਾਂ ਰਾਹੀਂ ਸਾਡੇ ਅੰਦਰ ਜਾ ਰਹੀ ਹੈ। ਤੇ ਮਨ ਇਹ ਚੀਜ਼ ਚਾਹੁੰਦਾ, ਕਿਉਂਕਿ ਜਿੱਥੇ ਮਨ ਸਾਡਾ ਕਿੱਥੇ ਟਿਕਦਾ, ਮਨ ਦਾ ਤਾਲਮੇਲ ਬੈਠਦਾ। ਤਾਲਮੇਲ। ਹੁਣ ਗੁਰਬਾਣੀ ਸਾਨੂੰ ਕਹਿੰਦੀ ਹੈ ਕਿ ਤੂੰ ਉੱਚਾ ਉੱਠ, ਨਾਮ ਜਪ, ਬੰਦਗੀ ਕਰ, ਚੰਗਿਆਂ ਬੰਦਿਆਂ ਦੀ ਸੰਗਤ ਕਰ, ਪਰ ਸਾਡਾ ਮਨ ਜਿਹੜਾ ਉਹਦੇ ਨਾਲ ਤਾਲਮੇਲ ਨਹੀਂ ਬਣਾਉਂਦਾ। ਹੁਣ ਅਸੀਂ ਕਿਸੇ ਨਾਲ ਦੋਸਤ ਸਮਝਣ ਵਾਸਤੇ ਵੀ ਦੋਸਤੀ ਜਿਹੜੀ ਕਿਸੇ ਨਾਲ ਕਰਦੇ ਹਾਂ ਜਾਂ ਮਿੱਤਰਤਾ ਹੀ ਕਰਦੇ ਹਾਂ, ਉਹਦੇ ਨਾਲ ਸਾਡਾ ਕੋਈ ਤਾਲਮੇਲ ਹੀ ਬੈਠਦਾ ਨਾ, ਤਾਂ ਹੀ ਸਾਨੂੰ ਉਹ ਚੰਗਾ ਲੱਗਦਾ, ਤਾਂ ਹੀ ਸਾਡੀ ਦੋਸਤੀ ਹੁੰਦੀ ਉਹਦੇ ਨਾਲ। ਜੇ ਉਹਦੇ ਨਾਲ ਸਾਡਾ ਤਾਲਮੇਲ ਹੀ ਨਹੀਂ ਬੈਠ ਰਿਹਾ, ਉਹਦੀ ਗੱਲ ਅਸੀਂ ਸੁਣ ਹੀ ਨਹੀਂ ਰਹੇ, ਉਹਦੀ ਗੱਲ ਸਾਨੂੰ ਚੰਗੀ ਹੀ ਨਹੀਂ ਲੱਗਦੀ, ਉਹ ਸਾਡਾ ਦੁਸ਼ਮਣ ਬਣ ਜਾਂਦਾ। ਬਸ ਦੋਸਤ ਤੇ ਦੁਸ਼ਮਣ ਕੀ ਹੈ? ਜਿਹਦੇ ਨਾਲ ਸਾਡਾ ਤਾਲਮੇਲ ਬੈਠ ਗਿਆ ਉਹ ਸਾਡਾ ਦੋਸਤ ਹੈ, ਜਿਹਦੇ ਨਾਲ ਸਾਡਾ ਤਾਲਮੇਲ ਨਹੀਂ ਬੈਠਿਆ ਉਹ ਸਾਡਾ ਦੁਸ਼ਮਣ ਹੈ। ਉਵੇਂ ਗੁਰਬਾਣੀ ਹੈ। ਜੇ ਤਾਂ ਗੁਰਬਾਣੀ ਨਾਲ ਸਾਡਾ ਤਾਲਮੇਲ ਬੈਠ ਗਿਆ ਤੇ ਅਸੀਂ ਤਾਂ ਗੁਰਸਿੱਖ ਬਣ ਜਾਵਾਂਗੇ, ਗੁਰਮੁਖ ਬਣ ਜਾਵਾਂਗੇ। ਕਥਾ ਨਾਲ ਬੈਠ ਗਿਆ, ਕੀਰਤਨ ਨਾਲ ਬੈਠ ਗਿਆ, ਮਹਾਂਪੁਰਸ਼ਾਂ ਨਾਲ ਬੈਠ ਗਿਆ ਤੇ ਅਸੀਂ ਗੁਰਮੁਖ ਬਣ ਜਾਵਾਂਗੇ, ਉਸ ਰਸਤੇ 'ਤੇ ਤੁਰ ਪਵਾਂਗੇ। ਤੇ ਜੇ ਗੁਰੂ ਨਾਲ ਸਾਡਾ ਤਾਲਮੇਲ ਨਹੀਂ ਬੈਠਦਾ ਪਿਆ, ਸਮਝ ਲਓ ਫਿਰ ਸਾਨੂੰ ਜੇ ਨਿੰਦਿਆ ਚੁਗਲੀ ਚੰਗੀ ਲੱਗਦੀ ਪਈ ਆ, ਸਾਡਾ ਉਹਨਾਂ ਨਾਲ ਤਾਲਮੇਲ ਬੈਠਾ ਹੋਇਆ, ਭਾਵੇਂ ਉਹ 10 ਘੰਟੇ ਅਸੀਂ ਉੱਥੇ ਬੈਠੇ ਰਹੀਏ। ਫਿਰ ਸਾਡੀ ਜ਼ੁਬਾਨ, ਰਸਨਾ, ਜੀਭ, ਇਹ ਸਵਾਦਾਂ ਦੇ ਵਿੱਚ ਪਈ ਹੋਈ ਹੈ। ਮਹਾਰਾਜ ਜੀ ਦੇ ਬਚਨ ਨੇ, ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼ਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮੀਠਾ ਸਾਦ। ਰਸਨਾ ਜ਼ੁਬਾਨ ਕਹਿੰਦੇ ਮਿੱਠੇ ਸਵਾਦਾਂ ਵਿੱਚ ਸੁੱਤੀ ਹੋਈ ਹੈ, ਖਾਣ ਪੀਣ ਵਿੱਚ। ਹੁਣ ਸਵੇਰੇ ਖਾ ਲਿਆ, ਦੁਪਹਿਰੇ ਫਿਰ ਭਾਲਦਾ ਵੀ ਕੋਈ ਖਾਣ ਨੂੰ ਮਿਲ ਜੇ, ਕਿਤੇ ਬਿਸਕੁਟ ਭਾਲਦਾ, ਕਿਤੇ ਰਸ ਭਾਲਦਾ, ਕਿਤੇ ਕੁਝ ਕਿਤੇ ਕੁਝ। ਸਵਾਦਾਂ 'ਚ ਹੀ ਲੱਗਾ ਹੋਇਆ ਨਾ। ਇੱਕ ਤਾਂ ਠੀਕ ਹੈ ਭੁੱਖ ਦੀ ਪੂਰਤੀ ਕਰਨੀ ਹੈ, ਮਨੁੱਖ ਨੇ ਭੁੱਖ ਲੱਗੀ ਹੈ, ਪਰ ਇੱਕ ਸਵਾਦ ਵੀ ਹੈ। ਮਨ ਸੋਇਆ ਮਾਇਆ ਬਿਸਮਾਦ ਮਾਰੇ, ਕਹਿੰਦੇ ਮਨ ਵੀ ਸੁੱਤਾ ਹੋਇਆ ਕਾਹਦੇ ਵਿੱਚ?
ਮਾਇਆ ਦੇ ਹੈਰਾਨ ਕਰ ਦੇਣ ਵਾਲੇ ਕੌਤਕਾਂ ਦੇ ਵਿੱਚ। ਇਸ ਗ੍ਰਹਿ ਮੈਂ ਕੋਈ ਜਾਗਤ ਰਹਿ ਸਾਬਤ ਵਸਤ, ਉਹ ਆਪਣੀ ਮਾਰ ਕਹਿੰਦੇ ਆ ਸਰੀਰ ਰੂਪੀ ਘਰ 'ਚ ਕੋਈ ਜਾਗਦਾ, ਸਾਰੇ ਸੁੱਤੇ ਪਏ ਇੱਥੇ ਤਾਂ। ਫਿਰ ਇਹਨਾਂ ਨੂੰ ਨਿਰਮਲ ਕਿਵੇਂ ਕਰਨਾ, ਇਹ ਸਾਫ਼ ਕਿਵੇਂ ਹੋਣਗੇ? ਮਹਾਰਾਜ ਨੇ ਗੁਰਬਾਣੀ 'ਚ ਇਹਦਾ ਵੀ ਢੰਗ ਦੱਸਿਆ। ਮਹਾਰਾਜ ਜੀ ਕਹਿੰਦੇ ਸ਼ਬਦ ਨਾਲ ਜੁੜ, ਸ਼ਬਦ ਨਾਲ ਧੋ ਇਸ ਮਨ ਨੂੰ। ਆਪਾਂ ਬਚਨ ਪੜ੍ਹੇ ਮਹਾਰਾਜ ਜੀ ਦੇ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸੋ ਖੇਹ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਮਹਾਰਾਜ ਕਹਿੰਦੇ ਜਿਹੜੀ ਤੇਰੀ ਮੱਤ ਹੈ ਨਾ, ਬੁੱਧੀ ਹੈ, ਇਹ ਜਦੋਂ ਪਾਪਾਂ ਦੀ ਮੈਲ ਨਾਲ ਭਰ ਜਾਵੇ ਫਿਰ ਕਾਹਦੇ ਨਾਲ ਧੋਤੀ ਜਾਵੇਗੀ? ਬਾਹਰਲਾ ਸਾਬਣ ਬੁੱਧੀ ਨੂੰ ਨਹੀਂ ਧੋ ਸਕਦਾ, ਬਾਹਰਲਾ ਪਾਣੀ ਉਹਨੂੰ ਸਾਫ਼ ਨਹੀਂ ਕਰ ਸਕਦਾ। ਉਹ ਫਿਰ ਕਿਵੇਂ ਧੋਤੀ ਜਾਂਦੀ? ਮਹਾਰਾਜ ਜੀ ਕਹਿੰਦੇ ਉਹ ਨਾਮ ਰੂਪੀ ਸਾਬਣ ਲੈ ਕਰਕੇ, ਪ੍ਰੇਮ ਰੂਪੀ ਪਾਣੀ, ਨਾਵੈ ਕੈ ਰੰਗ। ਨਾਮ ਰੂਪੀ ਸਾਬਣ ਤੇ ਰੰਗ ਕਹਿੰਦੇ ਪ੍ਰੇਮ ਨੂੰ, ਪ੍ਰੇਮ ਰੂਪੀ ਪਾਣੀ ਪਾ ਕਰਕੇ ਫਿਰ ਧੋਤੀ ਜਾਂਦੀ ਹੈ। ਵਾਹਿਗੁਰੂ 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 ਕਰੀ ਜਾਵੇ ਮਨੁੱਖ, ਪਰ ਜੇ ਅੰਦਰ ਪ੍ਰੇਮ ਨਹੀਂ ਨਾ, ਗੱਲ ਪ੍ਰੇਮ ਤੋਂ ਸ਼ੁਰੂ ਕਰਨੀ ਪੈਣੀ ਸਾਨੂੰ। ਤਾਂ ਹੀ ਮਹਾਰਾਜ ਨੇ ਬਾਣੀ ਅੰਦਰ ਬੜੀ ਵਾਰ ਜ਼ਿਕਰ ਕੀਤਾ, ਜੋ ਤਉ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਪ੍ਰੇਮ ਨੂੰ ਮਹਾਰਾਜ ਨੇ ਪਦਾਰਥ ਕਿਹਾ। ਪ੍ਰੇਮ ਕਿਸੇ ਦੁਕਾਨ ਤੋਂ ਨਹੀਂ ਮਿਲਦਾ, ਪ੍ਰੇਮ ਕਿਸੇ ਬਾਜ਼ਾਰ ਵਿੱਚੋਂ ਨਹੀਂ ਮਿਲਦਾ, ਪ੍ਰੇਮ ਕਿਸੇ ਫੜੀ ਵਾਲੇ ਕੋਲੋਂ ਨਹੀਂ ਮਿਲਦਾ, ਪ੍ਰੇਮ ਖਰੀਦਿਆ ਨਹੀਂ ਜਾ ਸਕਦਾ। ਪ੍ਰੇਮ ਇੱਕ ਦਾਤ ਹੈ ਪਰਮੇਸ਼ਰ ਦੀ। ਵਾਹਿਗੁਰੂ ਨੂੰ ਵੀ ਕਲਗੀਧਰ ਪਾਤਸ਼ਾਹ ਜੀ ਨੇ ਪ੍ਰੇਮ ਸਰੂਪ ਕਿਹਾ। ਜਾਪ ਸਾਹਿਬ ਆਪਾਂ ਪੜ੍ਹਦੇ ਹਾਂ ਨਾ, ਉਹਦੇ 'ਚ ਮਹਾਰਾਜ ਜੀ ਕਹਿੰਦੇ ਜੱਤਰ ਤੱਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ, ਕਿ ਜਿਹੜਾ ਪਰਮੇਸ਼ਰ ਹੈ ਨਾ, ਹਰ ਥਾਂ ਦੇ ਉੱਤੇ, ਹਰ ਕਿਤੇ, ਹਰ ਜਗ੍ਹਾ ਦੇ ਉੱਤੇ ਪਰਮੇਸ਼ਰ ਜਿਹੜਾ ਹੈ ਪ੍ਰੇਮ ਸਰੂਪ ਹੋ ਕਰਕੇ ਫੈਲਿਆ ਹੋਇਆ। ਪ੍ਰੇਮ ਦਾ ਅਰਥ ਕੀ ਹੈ? ਕਿ ਮੈਂ ਤੋਂ ਪਰੇ ਹੋ ਜਾਣਾ, ਵੀ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਦੇ, ਕਿਆ ਲਾਗੈ ਮੇਰਾ। ਇਹ ਹੈ ਪ੍ਰੇਮ। ਕਿਉਂਕਿ ਜਿੰਨਾ ਚਿਰ ਮਨੁੱਖ ਆਪਣਾ ਸਮਝਦਾ ਨਾ ਸਭ ਕੁਝ, ਉਨਾ ਚਿਰ ਸਾਡੇ ਅੰਦਰ ਪ੍ਰੇਮ ਨਹੀਂ ਆ ਸਕਦਾ। ਪ੍ਰੇਮ ਕੁਰਬਾਨੀ ਮੰਗਦਾ। ਪ੍ਰੇਮ ਕਹਿੰਦਾ ਤੂੰ ਕੁਰਬਾਨ ਕਰ ਆਪਣਾ ਸਭ ਕੁਝ। ਜੇ ਆਪਾਂ ਆਪਣਾ ਇਤਿਹਾਸ ਪੜ੍ਹੀਏ, ਉਹਦੇ ਵਿੱਚ ਦੇਖਿਓ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਨੇ ਨਾ, ਗੁਰੂ ਤੋਂ ਆਪਣਾ ਸਭ ਕੁਝ ਵਾਰ ਦਿੱਤਾ। ਪ੍ਰੇਮ ਕਰਦੇ ਸੀ ਗੁਰੂ ਨਾਲ, ਉਹ ਸਮਝਦੇ ਹੀ ਗੁਰੂ ਦਾ ਸੀ ਸਭ ਕੁਝ, ਸਮਝਦੇ ਸਭ ਕੁਝ ਹੀ ਗੁਰੂ ਦਾ ਸੀ। ਇਸ ਕਰਕੇ ਜਦੋਂ ਮੱਤ ਕਹਿੰਦੇ ਪਾਪਾਂ ਨਾਲ ਭਰੀ ਹੋਵੇ, ਉਹ ਨਾਮ ਰੂਪੇ ਸਾਬਣ ਨਾਲ ਧੋਤੀ ਜਾਂਦੀ, ਪਰ ਅੰਦਰ ਪ੍ਰੇਮ ਹੋਣਾ ਚਾਹੀਦਾ ਜ਼ਰੂਰ। ਜੇ ਪ੍ਰੇਮ ਨਹੀਂ, ਬਾਹਰਲਾ ਕੀਤਾ ਹੋਇਆ ਕਰਮ ਕਈ ਵਾਰ ਪਖੰਡ ਬਣ ਜਾਂਦਾ। ਜਿਵੇਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਾ ਜੀਵਨ ਦੇ ਵਿੱਚ ਇੱਕ ਘਟਨਾ ਬੜੀ ਅਲੌਕਿਕ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੁਲਤਾਨਪੁਰ ਸਾਹਿਬ ਰਹਿੰਦੇ ਆ। ਉੱਥੇ ਮਹਾਰਾਜ ਜੀ ਮੋਦੀਖਾਨਾ ਕਰਦੇ ਰਹੇ, ਤੇ ਮਹਾਰਾਜ ਜੀ ਨੇ ਜਦੋਂ ਉੱਥੇ ਇਹ ਕਰਮ ਮੋਦੀਖਾਨੇ ਦਾ ਕੀਤਾ, ਤਾਂ ਉਦੋਂ ਥੋੜ੍ਹੇ ਸਮੇਂ ਬਾਅਦ ਮਹਾਰਾਜ ਜੀ ਨੇ ਉਹ ਕੰਮ ਛੱਡ ਦਿੱਤਾ, ਮੋਦੀਖਾਨਾ ਵੀ ਲੁਟਾ ਦਿੱਤਾ। ਮਹਾਰਾਜ ਜੀ ਨੇ ਦੁਨੀਆ ਨੂੰ ਉਪਦੇਸ਼ ਦੇਣ ਵਾਸਤੇ, ਤਾਰਨ ਵਾਸਤੇ, ਦੁਨੀਆ ਦਾ ਭਲਾ ਕਰਨ ਵਾਸਤੇ, ਤਾਂ ਸਤਿਗੁਰੂ ਜੀ ਨੇ ਜਦੋਂ ਇਹ ਕਰਮ ਸ਼ੁਰੂ ਕੀਤਾ ਤੇ ਮਹਾਰਾਜ ਜੀ ਨੇ ਇੱਕ ਨਾਅਰਾ ਦਿੱਤਾ, ਨਾ ਹਿੰਦੂ ਨਾ ਮੁਸਲਮਾਨ। ਹੁਣ ਦੋ ਹੀ ਉਦੋਂ ਕੌਮਾਂ ਸੀ, ਇੱਕ ਹਿੰਦੂ ਸੀ, ਇੱਕ ਮੁਸਲਮਾਨ। ਹਿੰਦੂ ਗੁਲਾਮ ਸੀ, ਉਹ ਕੁਝ ਬੋਲੇ ਨਾ, ਮਹਾਰਾਜ ਜੀ ਨੂੰ ਕੁਝ ਕਿਹਾ ਨਹੀਂ ਉਹਨਾਂ ਨੇ। ਪਰ ਜਿਹੜੇ ਇਸਲਾਮ ਨੂੰ ਮੰਨਣ ਵਾਲੇ ਮੁਸਲਮਾਨ ਸੀ, ਉਹ ਤਾਕਤ ਦੇ ਵਿੱਚ ਸਨ, ਰਾਜ ਸੀ ਉਹਨਾਂ ਦਾ। ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਗ੍ਰਿਫਤਾਰ ਕਰ ਲਿਆ। ਕਾਜ਼ੀਆਂ ਮੁਲਾਣਿਆਂ ਨੇ ਸ਼ਿਕਾਇਤ ਕੀਤੀ ਦੌਲਤ ਖਾਨ ਨਵਾਬ ਦੇ ਕੋਲ ਕਿ ਤੇਰਾ ਜਿਹੜਾ ਮੋਦੀ ਹੈ ਉਹ ਇਸ ਤਰ੍ਹਾਂ ਕਹਿ ਰਿਹਾ। ਮਹਾਰਾਜ ਜੀ ਨੂੰ ਕਚਹਿਰੀ ਦੇ ਵਿੱਚ ਸੱਦਿਆ ਗਿਆ, ਸਤਿਗੁਰਾਂ ਨਾਲ ਬੜੇ ਉੱਥੇ ਸਵਾਲ ਜਵਾਬ ਹੋਏ। ਫਿਰ ਮਹਾਰਾਜ ਜੀ ਨੂੰ ਅਖੀਰ 'ਤੇ ਇਹ ਕਿਹਾ ਗਿਆ, ਜੇ ਤੁਸੀਂ ਇਹ ਗੱਲ ਕਹਿੰਦੇ ਹੋ ਨਾ ਹਿੰਦੂ ਨਾ ਮੁਸਲਮਾਨ,
ਤਾਂ ਚਲੋ ਫਿਰ ਸਾਡੇ ਨਾਲ ਮਸੀਤ ਵਿੱਚ ਨਮਾਜ਼ ਪੜ੍ਹੋ। ਮਹਾਰਾਜ ਜੀ ਕਹਿੰਦੇ ਚਲੋ ਪੜ੍ਹਦਾ ਮੈਂ ਨਮਾਜ਼। ਹੁਣ ਸਾਰੇ ਸ਼ਹਿਰ 'ਚ ਰੌਲਾ ਪੈ ਗਿਆ ਕਿ ਗੁਰੂ ਨਾਨਕ, ਇਹ ਜਿਹੜਾ ਨਾਨਕ ਹੈ ਨਾ, ਇਹ ਮੁਸਲਮਾਨ ਹੋ ਚੱਲਿਆ। ਮਸੀਤ ਵਿੱਚ ਗਏ, ਮਹਾਰਾਜ ਜੀ ਨੇ ਕਿਹਾ ਮੈਂ ਪੜ੍ਹਾਂਗਾ ਨਮਾਜ਼ ਤੁਹਾਡੇ ਨਾਲ, ਪਰ ਜੇ ਤੁਸੀਂ, ਕਈ ਵਿਦਵਾਨਾਂ ਨੇ ਇਸ ਤਰ੍ਹਾਂ ਲਿਖਿਆ ਕਿ ਜੇ ਸੱਚੀ ਨਮਾਜ਼ ਨਾ ਪੜ੍ਹੀ ਮੈਂ ਪੜ੍ਹਨੀ ਨਹੀਂ। ਅਤੇ ਹੁਣ ਦੌਲਤ ਖਾਂ ਨਵਾਬ ਨੂੰ ਵੀ ਇਹ ਸੀ ਕਿ ਮੈਂ ਬਹੁਤ ਨਮਾਜ਼ਾਂ ਪੜ੍ਹ ਚੁੱਕਾ, ਮੇਰੇ ਵਰਗੀ ਸੱਚੀ ਨਮਾਜ਼ ਕੌਣ ਪੜ੍ਹਦਾ। ਕਾਜੀ ਨੂੰ ਵੀ ਇਹੀ ਸੀ ਕਿ ਮੈਂ ਤਾਂ, ਮੇਰਾ ਕੰਮ ਹੀ ਇਹ ਹੈ ਨਮਾਜ਼ਾਂ ਪੜ੍ਹਨਾ, ਮੇਰੇ ਵਰਗੀ ਸੱਚੀ ਨਮਾਜ਼ ਕੌਣ ਪੜ੍ਹ ਸਕਦਾ। ਪਰ ਇਹ ਤਾਂ ਬਾਹਰੋਂ ਕਰਮ ਸੀ ਨਾ, ਇਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਨਾਨਕ ਤਾਂ ਅੰਤਰਜਾਮੀ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਬਾਹਰੋਂ ਤਾਂ ਦੇਖਣ ਨੂੰ ਕਈ ਵਾਰ ਸਾਡੇ ਕਰਮ ਜਿਹੜੇ ਧਾਰਮਿਕ ਹੋ ਸਕਦੇ ਆ, ਜ਼ਰੂਰੀ ਨਹੀਂ ਕਿ ਸਾਡਾ ਅੰਦਰ ਵਾਲਾ ਜਿਹੜਾ ਮਨ ਹੈ ਜਾਂ ਸਾਡੀ ਬੁੱਧੀ ਹੈ ਉਸ ਕਰਮ ਦੇ ਨਾਲ ਸਹਿਮਤ ਹੋਵੇ। ਬੁੱਧੀ ਕਈ ਵਾਰ ਨਹੀਂ ਚਾਹੁੰਦੀ ਹੁੰਦੀ ਉਹ ਧਾਰਮਿਕ ਕਰਮ ਕਰਨਾ, ਮਨ ਨਹੀਂ ਚਾਹੁੰਦਾ ਹੁੰਦਾ, ਪਰ ਲੋਕ ਲੱਜਾ ਰੱਖਣ ਵਾਸਤੇ ਉਹ ਧਾਰਮਿਕ ਕਰਮ ਕਰਨਾ ਪੈਂਦਾ, ਵੀ ਲੋਕ ਕੀ ਕਹਿਣਗੇ। ਦਾਨ ਪੁੰਨ ਵੀ ਕਈ ਲੋਕ ਇਸੇ ਤਰੀਕੇ ਨਾਲ ਹੀ ਕਰਦੇ ਆ। ਮਨ ਨਹੀਂ ਮੰਨਦਾ ਹੁੰਦਾ ਦਾਨ ਦੇਣ ਨੂੰ, ਪੁੰਨ ਕਰਨ ਨੂੰ ਮਨ ਨਹੀਂ ਮੰਨਦਾ ਹੁੰਦਾ, ਬਸ ਲੋਕ ਲੱਜਾ ਦੀ ਖਾਤਰ। ਵੀ ਲੋਕ ਕੀ ਕਹਿਣਗੇ ਜੇ ਦਾਨ ਨਾ ਦਿੱਤਾ, ਵੀ ਐਡਾ ਤਗੜਾ ਬੰਦਾ, ਐਡਾ ਅਮੀਰ ਹੈ, ਇਹ 4 ਪੈਸੇ ਵੀ ਨਹੀਂ ਦੇ ਸਕਦਾ ਗੁਰੂ ਘਰ ਨੂੰ ਜਾਂ ਕਿਸੇ ਹੋਰ ਥਾਂ ਦੇ ਉੱਤੇ, ਪਰ ਅੰਦਰੋਂ ਮਨ ਨਹੀਂ ਮੰਨਦਾ ਹੁੰਦਾ। ਪਰ ਦੇ ਕੇ ਕਈ ਵਾਰ ਇਹ ਵੀ ਦੇਖਣ ਵਿੱਚ ਆਉਂਦਾ, ਜਿਹੜੇ ਲੋਕ ਦਾਨ ਪੁੰਨ ਕਰਦੇ ਆ ਉਹਨਾਂ ਦੇ ਮਨ ਵਿੱਚ ਇਹ ਗੱਲ ਹੁੰਦੀ ਕਿ ਸਾਡੇ ਵਰਗਾ ਕੋਈ ਦਾਨੀ ਨਹੀਂ ਹੈਗਾ। ਮਨ ਦੇ ਵਿੱਚ ਇਹ ਭਰ ਜਾਂਦਾ, ਉਹਨਾਂ ਦੇ ਹੰਕਾਰ ਆ ਜਾਂਦਾ ਉੱਥੇ, ਕਿਉਂਕਿ ਮਨ ਨੂੰ ਰੋਗ ਲੱਗੇ ਨਾ। ਸਭ ਤੋਂ ਵੱਡਾ ਰੋਗ ਤਾਂ ਹਉਮੈ ਦਾ ਬਾਣੀ ਦੇ ਵਿੱਚ ਆਇਆ, ਵੀ ਹਉਮੈ ਦਾ ਰੋਗ ਹੈ ਮਨੁੱਖ ਨੂੰ ਲੱਗਾ ਹੋਇਆ, ਹੰਕਾਰ ਦਾ। ਇਹ ਮੇਰਾ ਵਾ ਅਤੇ ਮੇਰਾ ਜਿਹੜਾ ਸਭ ਕੁਝ ਹੈ, ਮੇਰੇ ਤੋਂ ਵੱਡਾ ਕੋਈ ਹੋ ਨਹੀਂ ਸਕਦਾ। ਬਸ ਹਉਮੈ ਕਰਕੇ ਮਨੁੱਖ ਆਕੜ ਕੇ ਤੁਰਦਾ ਹੈ। ਅਤੇ ਹੁਣ ਜਦੋਂ ਉਹ ਕਾਜੀ ਕਹਿੰਦਾ ਮੈਂ ਤਾਂ ਬੜਾ ਸੱਚਾ ਨਮਾਜ਼ੀ ਹਾਂ, ਬਹੁਤ ਸਮਾਂ ਹੋ ਗਿਆ ਨਮਾਜ਼ਾਂ ਪੜ੍ਹਦਿਆਂ ਨੂੰ ਮੈਨੂੰ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵੀ ਚਲੇ ਗਏ ਮਸੀਤ ਦੇ ਵਿੱਚ, ਉਹਨਾਂ ਨੇ ਉਜੂ ਕੀਤਾ, ਹੱਥ ਮੂੰਹ ਧੋਤੇ ਆਪਦੇ, ਜੋ ਉਹਨਾਂ ਦੀ ਮਰਿਆਦਾ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਖੜ੍ਹੇ ਆ, ਉਹ ਨਮਾਜ਼ ਪੜ੍ਹਦੇ ਪਏ, ਝੁਕਦੇ ਆ, ਸਲਾਮਾਂ ਕਰਦੇ, ਹੱਥ ਜੋੜਦੇ ਆ। ਅਤੇ ਕਾਜੀ ਵਿੱਚੋਂ ਦੇਖ ਵੀ ਲੈਂਦਾ ਮਹਾਰਾਜ ਜੀ ਵੱਲ ਅੱਖਾਂ ਖੋਲ੍ਹ ਕੇ, ਵੀ ਮਹਾਰਾਜ ਤਾਂ ਖੜ੍ਹੇ ਹੋਏ, ਨਾਨਕ ਤਾਂ ਉਸੇ ਤਰ੍ਹਾਂ ਹੀ ਖੜ੍ਹਾ। ਨਮਾਜ਼ ਦੀ ਸਮਾਪਤੀ ਹੋਈ। ਕਾਜੀ ਨੇ ਕਿਹਾ ਕਿ ਨਾਨਕ, ਤੂੰ ਸਾਡੇ ਨਮਾਜ਼ ਦੀ ਤੋਹੀਨ ਕੀਤੀ ਆ, ਬੇਅਦਬੀ ਕੀਤੀ ਆ, ਤੂੰ ਸਾਡੇ ਨਾਲ ਨਮਾਜ਼ ਨਹੀਂ ਪੜ੍ਹੀ। ਮਹਾਰਾਜ ਜੀ ਕਹਿਣ ਲੱਗੇ ਮੈਂ ਤੁਹਾਡੇ ਅੰਦਰ ਦੀ ਜਾਣਦਾ, ਤੁਸੀਂ ਇੱਥੇ ਹੈ ਹੀ ਨਹੀਂ ਸੀ, ਨਮਾਜ਼ ਪੜ੍ਹਦਾ ਕਿਹਦੇ ਨਾਲ। ਦੌਲਤ ਖਾਂ ਨਵਾਬ ਕਹਿਣ ਲੱਗਾ ਅਸੀਂ ਇੱਥੇ ਹੀ ਸੀ, ਤੇਰੇ ਸਾਹਮਣੇ ਤਾਂ ਝੁਕਦੇ ਸੀ, ਗੋਡਿਆਂ ਪਰਨੇ ਬੈਠੇ ਆ, ਗੋਡਿਆਂ 'ਤੇ ਹੱਥ ਰੱਖੇ, ਕੰਨਾਂ ਨੂੰ ਹੱਥ ਲਾਉਂਦੇ ਰਹੇ। ਕਾਜੀ ਵੀ ਕਹਿੰਦਾ ਇਸ ਤਰ੍ਹਾਂ ਮੈਂ ਕੀਤਾ ਸਭ ਕੁਝ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਸਾਡਾ ਸਰੀਰ ਘਰ ਤੋਂ ਸਫ਼ਰ ਕਰਕੇ, ਯਾਤਰਾ ਕਰਕੇ ਮਸੀਤ ਤੱਕ ਤਾਂ ਆ ਗਿਆ, ਇਹ ਯਾਤਰਾ ਘਰ ਤੋਂ ਸਰੀਰ ਦੀ ਇੱਥੋਂ ਤੱਕ ਦੀ ਹੈ। ਇੱਥੇ ਸਰੀਰ ਨੂੰ ਲਿਆ ਕੇ ਅੱਗੇ ਦੀ ਯਾਤਰਾ ਮੰਨਦੀ ਹੈ। ਸਰੀਰ ਜ਼ਰੂਰ ਇੱਥੇ ਲਿਆਉਣਾ, ਗੁਰੂ ਕੋਲੇ ਸਰੀਰ ਲਿਆਵਾਂਗੇ, ਬੈਠਾਂਗੇ ਗੁਰੂ ਕੋਲੇ, ਤਾਂ ਹੀ ਇਹ ਸਰੀਰ ਦੇ ਵਿੱਚ ਬੈਠੇ ਹੀ ਸਾਨੂੰ ਮਨ ਦੀ ਸਮਝ ਲੱਗੇਗੀ ਨਾ, ਮਨ ਕਿੱਥੇ ਤੁਰਿਆ ਫਿਰਦਾ। ਸਰੀਰ ਤਾਂ ਮਹਾਰਾਜ ਕਹਿੰਦੇ ਤੁਸੀਂ ਲੈ ਆਂਦਾ, ਪਰ ਮਨ ਨਹੀਂ ਤੁਹਾਡਾ ਇੱਥੇ ਸੀ। ਦੌਲਤ ਖਾਂ ਕਹਿਣ ਲੱਗਾ ਮੈਂ ਇੱਥੇ ਹੀ ਸੀ, ਨਮਾਜ਼ ਪੜ੍ਹਦਾ ਸੀ। ਮਹਾਰਾਜ ਕਹਿੰਦੇ ਨਹੀਂ ਦੌਲਤ ਖਾਂ, ਤੂੰ ਇੱਥੇ ਨਹੀਂ ਸੀ। ਕਹਿੰਦਾ ਮਹਾਰਾਜ ਜੀ ਕਹਿਣ ਲੱਗਾ ਨਾਨਕ ਦੱਸ ਫਿਰ ਕਿੱਥੇ।
ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਤੂੰ ਕਾਬਲ ਤੋਂ ਘੋੜੀਆਂ ਖਰੀਦ ਰਿਹਾ ਸੀ, ਤੇਰਾ ਮਨ ਉੱਥੇ ਸੀ। ਬੈਠਾ ਜ਼ਰੂਰ ਤੂੰ ਮਸੀਤ ਵਿੱਚ ਆ, ਕਰਮ ਤੂੰ ਧਾਰਮਿਕ ਕਰ ਰਿਹਾ, ਪਰ ਤੇਰਾ ਮਨ ਜਿਹੜਾ ਨਾ ਉਹ ਇੱਥੇ ਨਹੀਂ ਸੀ। ਤੇਰੀ ਜਿਹੜੀ ਸੁਰਤ ਹੈ ਉਹ ਇੱਥੇ ਨਹੀਂ ਸੀ। ਉਹ ਸੁਰਤ ਕਿੱਥੇ ਪਹੁੰਚੀ ਹੋਈ ਸੀ? ਉਹ ਕਾਬਲ ਦੇ ਵਿੱਚ ਘੋੜੀਆਂ ਖਰੀਦਣ ਪਹੁੰਚੀ ਹੋਈ ਸੀ। ਇਹ ਮਨ ਮੈਲੇ ਦੀ ਨਿਸ਼ਾਨੀ ਹੈ ਕਿ ਹੱਥ ਵਿੱਚ ਤਾਂ ਗੁਟਕਾ ਸਾਹਿਬ ਪੜ੍ਹਿਆ ਹੋਵੇ, ਸੁਖਮਨੀ ਸਾਹਿਬ ਦਾ, ਜ਼ੁਬਾਨ ਸਾਡੀ ਕਰਮ ਕਰੀ ਜਾਂਦੀ ਹੋਵੇ, ਪੜ੍ਹੀ ਜਾਂਦੀ ਹੋਵੇ ਪੰਗਤੀਆਂ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ, ਪਰ ਮਨ ਕਿਤੇ ਹੋਰ ਹੀ ਤੁਰਿਆ ਫਿਰਦਾ ਹੋਵੇ। ਪੜ੍ਹਦੇ ਤਾਂ ਹੋਈਏ ਗਿਆਨ ਅੰਜਨ ਗੁਰ ਦੀਆ, ਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ, ਪਰ ਮਨ ਕਿਤੇ ਹੋਰ ਤੁਰਿਆ ਫਿਰਦਾ ਹੋਵੇ। ਪੜ੍ਹੀ ਜਾਂਦੇ ਹੋਈਏ ਜਪਜੀ ਸਾਹਿਬ ਦੀਆਂ ਪੌੜੀਆਂ, ਕਰਦੇ ਹੋਈਏ ਪਾਠ ਜਾਪ ਸਾਹਿਬ ਦੀ ਬਾਣੀ ਦਾ, ਪਰ ਮਨ ਕਿਤੇ ਹੋਰ ਤੁਰਿਆ ਫਿਰਦਾ ਹੋਵੇ। ਕਿਉਂਕਿ ਕਿਸੇ ਹੋਰ ਨੇ ਸਾਨੂੰ ਵੇਖ ਕੇ ਤਾਂ ਦੱਸਣਾ ਨਹੀਂ ਭਾਈ ਤੇਰਾ ਮਨ ਕਿਤੇ ਹੋਰ ਤੁਰਿਆ ਫਿਰਦਾ, ਇਹ ਗੁਰੂ ਦੱਸ ਸਕਦਾ। ਜਾਂ ਸਾਨੂੰ ਆਪਣੇ ਆਪ ਨੂੰ ਸਮਝ ਹੈ, ਪਤਾ ਲੱਗੇਗਾ ਕਿ ਭਾਈ ਵਾਕਈ ਮਨ ਮੇਰਾ ਦੂਰ ਕਿਤੇ ਚਲਾ ਗਿਆ ਬਾਣੀ ਤੋਂ, ਤੇ ਜਾਂ ਗੁਰੂ ਦੱਸ ਸਕਦਾ, ਹੋਰ ਕੋਈ ਮਨੁੱਖ ਨਹੀਂ ਦੱਸ ਸਕਦਾ। ਕਿਸੇ ਮਨੁੱਖ ਵਿੱਚ ਇੰਨੀ ਪਾਵਰ ਨਹੀਂ ਹੈ, ਤਾਕਤ ਨਹੀਂ ਹੈ ਕਿ ਕਿਸੇ ਮਨ ਦੀ ਅਵਸਥਾ ਦੱਸ ਦੇਵੇ। ਹਾਂ ਇੰਨਾ ਜ਼ਰੂਰ ਹੈ, ਜੋ ਪਰਮੇਸ਼ਰ ਨਾਲ ਜੁੜ ਗਿਆ, ਪਰਮੇਸ਼ਰ ਦਾ ਭਗਤ ਹੈ, ਸੰਤ ਹੈ, ਉਹ ਦੱਸ ਸਕਦਾ। ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਇਹ ਗੱਲ ਕਹੀ, ਦੌਲਤ ਖਾਂ ਨਵਾਬ ਮੰਨ ਗਿਆ। ਕਹਿੰਦਾ ਨਾਨਕ ਤੁਹਾਡੇ ਬਚਨ ਠੀਕ ਹੈ, ਤੁਸੀਂ ਸੱਤ ਕਹਿੰਦੇ ਹੋ, ਮੈਂ ਇੱਥੇ ਨਹੀਂ ਸੀ। ਕਾਜੀ ਅੱਗੋਂ ਕਹਿਣ ਲੱਗਾ ਕਿ ਮੈਂ ਤਾਂ ਇੱਥੇ ਹੀ ਸੀ ਨਾ, ਮੇਰੇ ਨਾਲ ਪੜ੍ਹ ਲੈਂਦਾ, ਮੈਂ ਕਿਹੜਾ ਕਿਤੇ ਦੂਰ ਗਿਆ ਹੋਇਆ ਸੀ। ਤੇ ਦੌਲਤ ਖਾਂ ਅੱਗੋਂ ਕਹਿੰਦਾ ਕਾਜੀ ਨੂੰ, ਕਾਜੀ ਤੂੰ ਚੁੱਪ ਕਰ ਜਾ, ਇਹ ਨਾਨਕ ਜਿਹੜਾ ਅੰਤਰਜਾਮੀ ਹੈ, ਅੰਦਰ ਦੀ ਜਾਣਦਾ, ਕਿਉਂ ਤੂੰ ਆਪਣਾ ਪੋਲ ਖਿਲਾਉਣਾ ਸਾਰਾ, ਚੁੱਪ ਕਰ ਜਾ। ਜੋ ਇਹ ਗੱਲ ਕਹਿੰਦਾ ਮੰਨ ਲਾ। ਪਰ ਕਾਜੀ ਨੂੰ ਕਈ ਸਾਲ ਹੋ ਗਏ ਸੀ ਨਮਾਜ਼ਾਂ ਪੜ੍ਹਦਿਆਂ ਨੂੰ, ਉਹ ਕਿੱਥੇ ਮੰਨਣ ਵਾਲਾ ਸੀ। ਮਹਾਰਾਜ ਜੀ ਕਹਿੰਦੇ ਕਾਜੀ ਸੁਣ ਫਿਰ ਤੂੰ ਕਿੱਥੇ ਸੀ। ਮਹਾਰਾਜ ਕਹਿੰਦੇ ਕਾਜੀ ਤੂੰ ਆਪਣੇ ਘਰ ਤੁਰਿਆ ਫਿਰਦਾ ਸੀ ਇੱਕ ਵਿਸ਼ੇਰੇ ਦੇ ਪਿੱਛੇ, ਉਹ ਖੁੱਲ੍ਹਾ ਛੱਡਦਾ ਤੂੰ, ਤੇਰੇ ਘਰ ਦੇ ਵਿੱਚ ਇੱਕ ਖੂਹ ਹੈ, ਤੂੰ ਸੋਚਦਾ ਸੀ ਕਿਤੇ ਉਹ ਵਿਸ਼ੇਰਾ ਮੇਰਾ ਜਿਹੜਾ ਖੂਹ ਵਿੱਚ ਨਾ ਡਿੱਗ ਪਵੇ। ਬੈਠਾ ਤੂੰ ਜ਼ਰੂਰ ਇੱਥੇ ਸੀ ਸਰੀਰ ਕਰਕੇ, ਪਰ ਤੇਰਾ ਮਨ ਨਹੀਂ ਇੱਥੇ ਆਇਆ ਸੀ। ਮਨ ਤੇਰਾ ਘਰੇ ਸੀ। ਜਦੋਂ ਕਾਜੀ ਨੇ ਵੀ ਸੁਣਿਆ ਕਿ ਤਾਂ ਵਾਕਈ ਅੰਦਰ ਦੀ ਜਾਣਦਾ, ਤੇ ਸਾਡੇ ਇਤਿਹਾਸਕਾਰਾਂ ਨੇ ਲਿਖਿਆ ਕਿ ਉੱਥੇ ਜਿੰਨੀ ਭੀੜ ਇਕੱਠੀ ਹੋਈ ਸੀ ਨਾ ਲੋਕਾਂ ਦੀ, ਵੇਖਣ ਆਏ ਸੀ ਲੋਕ, ਕਹਿੰਦੇ ਅੱਜ ਵੇਖੀਏ ਕਿ ਨਾਨਕ ਕਿਵੇਂ ਮੁਸਲਮਾਨ ਬਣਦਾ, ਇਸਲਾਮ ਨੂੰ ਧਾਰਨ ਕਰਦਾ, ਕਲਮਾ ਕਿਵੇਂ ਪੜ੍ਹਦਾ, ਇਹ ਅੱਜ ਨਮਾਜ਼ ਕਿਵੇਂ ਪੜ੍ਹਦਾ। ਉਹ ਲੋਕ ਪਿੱਛੇ ਹਟਣੇ ਸ਼ੁਰੂ ਹੋ ਗਏ। ਕਿਉਂ? ਕਹਿਣ ਲੱਗੇ ਤਾਂ ਅੰਦਰ ਦੀਆਂ ਜਾਣਦਾ। ਲੋਕ ਪਿੱਛੇ ਹਟਣ ਲੱਗ ਪਏ, ਕਿਤੇ ਸਾਡੇ ਅੰਦਰ ਦੀਆਂ ਨੇ ਵੀ ਨਾ ਦੱਸ ਦੇਵੇ, ਕਿਤੇ ਸਾਡੇ ਵੀ ਨਾ ਕਿਤੇ ਪੋਲ ਖੋਲ੍ਹ ਦੇਵੇ। ਇਹ ਲੋਕ ਪਿੱਛੇ ਹਟਣੇ ਸ਼ੁਰੂ ਹੋ ਗਏ। ਕਹਿਣ ਤੋਂ ਭਾਵ ਕੀ ਹੈ ਕਿ ਦੇਖਿਓ ਮਨ ਬੜਾ ਮੈਲਾ ਹੈ। ਧਾਰਮਿਕ ਸਥਾਨ 'ਤੇ ਬੈਠਾ ਹੋਇਆ ਵੀ ਕਿਤੇ ਦੂਰ ਜਾ ਸਕਦਾ ਇਹ। ਪਰ ਮਹਾਰਾਜ ਕਹਿੰਦੇ ਇਸ ਮਨ ਨੂੰ ਧੋਣ ਦੇ ਤਰੀਕੇ ਹੈ, ਗੁਰੂ ਦੇ ਦੁਆਰੇ 'ਤੇ ਆ ਕੇ ਧੋਤਾ ਜਾਂਦਾ। ਜਿਹੋ ਜਿਹੀ ਮੈਲ ਲੱਗੀ ਹੋਵੇ ਕੱਪੜੇ ਨੂੰ, ਹੱਥਾਂ ਨੂੰ, ਉਹ ਸਾਧਨ ਉਹੋ ਜਿਹਾ ਵਰਤ ਲਿਆ ਜਾਂਦਾ। ਜੇ ਇਕੱਲੀ ਮਿੱਟੀ ਲੱਗੀ ਹੈ ਤੇ ਹੱਥ ਅਸੀਂ ਪਾਣੀ ਨਾਲ ਧੋ ਲੈਂਦੇ ਹਾਂ, ਤੇ ਜੇ ਹੱਥ ਕਾਲੇ ਹੋ ਗਏ ਹੋਣ ਫਿਰ ਉਹਨੂੰ ਸਾਬਣ ਨਾਲ ਧੋ ਲਿਆ ਜਾਂਦਾ ਹੈ। ਤੇ ਮਹਾਰਾਜ ਜੀ ਨੇ ਵੀ ਜਿਹੜੇ ਆ ਤਰੀਕੇ ਸਾਨੂੰ ਦਿੱਤੇ ਆ ਨਾ ਸਾਰੇ, ਤਕਰੀਬਨ ਅਸੀਂ ਵੇਖਦੇ ਵੀ ਗੁਰੂ ਘਰ ਵਿੱਚ ਜਾ ਕੇ ਸੇਵਾ ਕਰਨੀ। ਅੱਜ ਭਾਵੇਂ ਇਸ ਤਰ੍ਹਾਂ ਦਾ ਪ੍ਰਚਾਰ ਹੋ ਰਿਹਾ, ਸ਼ਰਧਾ ਨੂੰ ਸੱਟ ਮਾਰੀ ਜਾ ਰਹੀ ਵੀ ਸੇਵਾ ਦੀ ਕੋਈ ਲੋੜ ਨਹੀਂ, ਸਿਮਰਨ ਦੀ ਕੋਈ ਲੋੜ ਨਹੀਂ, ਪਰ ਇਹ ਸਾਰੇ ਤਰੀਕੇ ਮਨ ਨੂੰ ਧੋਣ ਦੇ ਜਾਂ ਮਨ ਦੇ ਵਿੱਚੋਂ ਕੋਈ ਈਰਖਾ, ਦਵੈਸ਼, ਹੰਕਾਰ ਦੀ ਮੈਲ ਕੱਢਣ ਵਾਸਤੇ। ਹੁਣ ਜਦੋਂ ਕੋਈ ਮਨੁੱਖ ਗੁਰੂ ਘਰ ਆ ਕੇ ਜੋੜੇ ਝਾੜਨ ਦੀ ਸੇਵਾ ਕਰੇਗਾ, ਹੁਣ ਜੋੜਿਆਂ ਦੇ ਵਿੱਚ ਤਾਂ ਦੇਖੋ ਮਨ, ਸਾਡੇ ਮਨ ਵਿੱਚ ਕਈ ਵਾਰ ਹੁੰਦਾ ਵੀ ਆਹ ਬੰਦਾ ਉੱਚਾ ਵਾ, ਉੱਚੀ ਜਾਤ ਦਾ, ਇਹ ਨੀਵੀਂ ਜਾਤ ਦਾ ਹੈ, ਜਾਂ ਇਹ ਉੱਚਾ ਰੁਤਬੇ 'ਤੇ ਬੈਠਾ ਹੋਇਆ, ਇਹ ਨੀਵਾਂ, ਇਹ ਗਰੀਬ ਹੈ। ਸਾਡੇ ਮਨ 'ਚ ਕਈ ਵਾਰ ਇਹ ਗੱਲ ਚੱਲਦੀ ਹੈ।
पर जो असीं गुरु घर आ जाते हैं, गुरु घर आके जोड़े झाड़न की सेवा करते हैं ना, उदों उत्थे जोड़े गरीब दे भी पए हुंदे आ, अमीर दे भी पए हुंदे आ, नीवीं जात वाले दे भी पए हुंदे, उच्ची जात वाले दे भी पए हुंदे आ। पर उदों साडा मन किसे नाल फर्क नहीं करदा। समझो उदों साडे मन की मैल उतरदी जोड़े झाड़न नाल। अंदर मैल जिहड़ी जात पात दी, ईरखा दी, द्वैश दी, तां महाराज ने कहा कि जोड़े झाड़न की सेवा करिया कर। फिर झाड़ू मारना गुरु घर आके। हम झाड़ू मारन वाला काम तो कई बार आप देखते हैं, जोड़े अमीर लोग आ वो आप तो झाड़ू मारदियां नहीं, बीबियां नौकर रखे होंदे उन्होंने नीवीं जात नूं कि जिन्होंं आप कह दिंदे। तो गुरु घर आके थोड़ा, गुरु घर आके तो अमीर तो अमीर बंदा भी झाड़ू मारदा, अंदरों मैल उतरदी। भाई जोध रसोईया सी ना, भाई जोध ब्राह्मण सी, ब्राह्मण उन्होंने सुच पिट लगी हुई सी। वो कहंदा सी ये नीवीं जात दे लोग मैं इन्हां नाल बैठ के प्रशादा छकां। तो कहंदे वो कई महीने जूठे पत्तलां दे विच जूठ ही चक चक के खांदा रहा। सिखां ने शिकायत की, महाराज ये जूठ खांदा। जो महाराज जी ने पूछा, महाराज कह लगे भाई जोध तू जूठ खाना? कह लगा महाराज मैं अपने अंदर की मैल लाउना पिया, मैनू सुच पिट की जूठ लगी हुई सी। मैं सोचदा सी असी ब्राह्मण उच्ची कुल दे विच पैदा होए हैं, गरीब लोग ने सारे, हुण मैं उन्हां दा जूठा भोजन खाना, अपने अंदरों ये गंदगी कढ़दा पिया। आ इक्को पंगत विच बैठ के प्रशादा छकना, जिहड़ा साडे अंदरों मैल कढ़नी, जिहड़ी नूं हंकार की मैल लगी हुई ना, मैं उच्ची जगह ते बैठण वाला, नीवीं जगह ते बैठण वाले महाराज ने इक्को पंगत च बिठा दिते भी तेरे अंदरों मैल निकलेगी। फिर प्रशादा तैयार करना, दाल तैयार करनी, उत्थे सारे रल मिल के सेवा करनी, किसी अंदर कोई ईरखा भावना नहीं। जो प्रशादा वरताया जाना सारिਆਂ ਨੂੰ ਇੱਕੋ ਜਿਹਾ ਵਰਤਾਇਆ जाना। जो बर्तन मांजने आ, जूठे भांडे मांजन की जिहड़ी सेवा वा, वो सेवा जो करनी है, वो सेवा दे विच भी देखियो किसी अमीर दा, किसी नीवें दा, किसी गरीब दे बर्तन, उदों असीं ये नहीं सोचते कि आ अमीर दा बर्तन है असीं नहीं मांजना, ये गरीब दा ये नहीं मांजना। गुरु की संगत जान के मंदरों मैल देखो, महाराज जी ने तां ही मार के ना, गुरु द्वारा होए सोझी पाए सी, एत द्वारा धोए हच्छा होए सी। गुरु कोले आ तां सही। तू कहना ना मेरा मन मैला है, तो मन नूं महाराज धो देणगे तेरे मन नूं, साफ करन दे तरीके। फिर इन्हां तो भी उपर तरीका है शब्द का भी, शब्द का जाप कर, गुरबाणी का जाप कर। तो महाराज ने कहा कि जेड़े द्वारियां तो मैल अंदर आउंदी है ना, गुरद खलाई मोरी जित मिर्ग परत है चोरी। गुरु ने वो मोरी दिखा दी, वो रस्ता दिखा दिता जिथों चोर अंदर पैंदे सी। वो रस्ता विखा दिता भी अखां द्वारा मैल अंदर जाती, कन्नां द्वारा जाती, जुबान द्वारा जाती है। जो जुबान दे नाल किसी दी तू निंदिया चुगली करदा, तो महाराज कहते फिर तू आ तरीका वरत। ए नेत्र हो मेरे हो हर तुम मह जोत धरी, हर बिन अवर न देखो कोई, हर बिन अवर न देखो कोई, नदरी हर ने हालिया। अखां दा विशा रूप वेखना, पर तू कला शरीर वेखण तक ना रह जाई। जे तू शरीर वेखण लग पिया ना, तो तू फस जाना इस कर्म दे विच। उच्चा है या नीवा है, इस तरह का है, इस तरह का, काला है या गोरा है, ये लंगड़ा है, लूला है, क्योंकि तू उत्थे चमियार बन जाना, चम वेखण वाला। अष्टावक्र होया ना, तुसीं सुनिया होना अष्टावक्र बारे। 8 विंग पैंदे सी उहदे शरीर च, 8 वाल। अष्टावक्र, वक्र कहंदे टेढ़ा, अष्ट 8 टेढ़ सी उहदे शरीर विच। उहदा पिता जिहड़ा सी बड़ा पंडित सी, बड़ा विद्वान सी। ते एक राजा जनक होया, कहंदे उहने अपने दरबार दे च सारे राज दे जिन्ने विद्वान पंडित सी इकट्ठे कर लए कि मेरे सवालों का जवाब दिओ। ते किसे कोलों जवाब नहीं दिता गया, सारिआं नूं उहने जेल च पा दिता। ते अष्टावक्र बच्चिआं नाल खेडदा सी, ते उत्थे किसे ने उहनूं मिहना मारिया भी जा तूं किहड़ा किहो जिहा पुੱਤ आ, तेरा पिता दा जेल विच पाया होया राजे ने, तू अपने पिता नूं नहीं छड़ा सकिया। तो अष्टावक्र नूं बड़ी गल होई चुभी भी मैं अपने पिता नूं जरूर छुड़ा के लियाउणा। उहने कह दिता कि मैं राजे जनक दे सवालों का जवाब देवांगा, पर जवाब सभा विच देवांगा
सारे पंडित उत्थे सभा विच विद्वान बैठे होण ते जे मैं उहदे सवालों का जवाब दे दिता तो ये सारे पंडित उन्हूं रिहा करने पैणगे। अष्टावक्र कहंदे सभा लगी है राजे जनक दी, उत्थे सारे पंडित कुर्सियां ते विद्वानां नूं बिठाया होया। अष्टावक्र गया, हुण 8 वाल पैंदे सी शरीर विच। जदों अष्टावक्र गया, वेखदियां सारे जिन्ने विद्वान पंडित सी वो सारे वेख के हसन लग पे। जदों हसे ना उच्ची उच्ची, उन्हां दे मन विच ये आया भी जिहदे शरीर विच 8 वाल पैंदे आ, भी घुटंगा भी किसी काम का उहदा शरीर नहीं, 8 वाल पैंदे होण, भी लत्तां तो भी विंगा, बाहां तो भी विंगा, लक तो भी विंगा, धूण तो भी विंगा, अखां तो भी टेढ़ा मेढ़ा, भी 8 टेढ़ा 8 थावां तो टेढ़ा पाना जिहदे विच ਇਹ ਕੀ राजे नूं ज्ञान करवावेगा। पंडित हसे। अष्टावक्र कहन लगा राजा तू कहना विद्वानां दी समा, मैं इन्हां नूं विद्वान नहीं मनदा, ये तां सारे चमियार है, ये सारे चमियार है। राजा बड़ा हैरान, पंडित बड़े हैरान भी असी चमियार। अष्टावक्र कहन लगा राजा इन्हां नूं पुछे हसे क्यों। पंडित कहंदे असी तेरा शरीर वेख के हसे, भी 8 वाल पैंदे से शरीर दे विच तां हसे आ। ते अष्टावक्र कहंदा तुसीं मेरा शरीर वेखिया, चम वेखिया सिर्फ। ते चम कौन वेखदा हुंदा, चम दा काम जिहड़े करदे आ चम ही वेखदे आ ना, भी आ चम वधिया जुत्ती वधिया बनूगी इहदी, चम ही वेखदे आ। तुसीं चमियार ही आ कहंदा सारे, अंदर नहीं ना वेखिया, जो मेरे अंदर आत्मा उहदे विच तां नहीं कोई वल पैंदा, अंदर दा ज्ञान तां नहीं ना देखिया। क्योंकि असी सारिਆਂ ਨੂੰ बाहरों बाहरों देखते हैं, बाहरों देखते असी सारिਆਂ ਨੂੰ, अंदर नहीं किसी ਨੂੰ देख सकते। ਤਾਂ महाराज जी कहते ने देखो अष्टावक्र ने फिर उत्थे ज्ञान भी करवाया। वो कहन लगा जरूरी नहीं है बाहरों असी देखीए किसी ਨੂੰ ते अंदरों भी उहो जिहा ही होवेगा। बाहरों वेख के असी जरूर किसी ਨੂੰ प्रसन्न हो सकते हैं, देख के खुश हो सकते हैं, पर अंदरों नहीं उस तरह का हो सकता। अंदर हो सकता उसदे अंदर झूठ पिट जात पात ऊच नीच दी ये जिहड़ी द्वैश ईरखा उसदे अंदर भरी होवे। तां महाराज जी कहंदे वो लथे की कवे ए नेत्रों मेरे हर तुम है जोत धरी, हर बिन अवर न देखो कोई, हर बिन अवर न देखो कोई, नदरी हर ने हालिया। कि तू सारियां विच रब नूं वेख, भी उहदे विच रूप है, रब है बस उहदे अंदर। गुरु नानक साहब ने दुनिया का भला कवें किया, सारियां विच जोत वेख के परमेश्वर दी। क्योंकि गुरु नानक साहब कोड़ियां कोले भी गए, गुरु नानक साहब मुसलमानां कोले भी गए, गुरु नानक साहब हिंदुआं कोले भी गए। जे महाराज जी शरीर ही वेखते रहिंदे, उन्हां दा धर्म ही बाहरों वेखते रहिंदे, किसी का भला नहीं कर सकते। अज साडे कोलों भला किसी का क्यों नहीं हो रहा, क्योंकि असी जोत नहीं वेखते कि रब की जोत है इसके अंदर। असी उहदा शरीर वेखते हैं, उहदा धर्म वेखते हैं, उहदा रंग रूप वेखते हैं, उहदी नस्ल वेखते हैं, उहदी जात वेखते हैं, उहदी पात वेखते हैं, तां साडे कोलों भला नहीं हो रहा किसी का। गुरु नानक साहब ने सारिਆਂ ਦੇ अंदर परमेश्वर की जोत वेखी। अखां नूं ये समझाओ कि ये देखना सारिਆਂ विच परमात्मा, फिर अखां दे नाल मैल अंदर नहीं जाएगी। फिर कन ए श्रवणो मेरे हो, साचा सुनने नो पठाए, साचा सुनने नो पठाए, शरीर लाए सुनो सत बाणी। कन कादे वास्ते लाए आ, सच्ची बाणी सुनने वास्ते। कन्ना नाल गुरबाणी सुनो, निंदिया चुगली ना सुनो, कथा कीर्तन सुनो। कन्ना दे नाल मैल अंदर नहीं जाएगी जे असी गुरबाणी सुन लग पे, कथा कीर्तन सुन लग पे। जबान ए रसना तू अनरस राच रही, तेरी प्यास न जाए, प्यास न जाए होरत किता, जिचर हर रस पल्ले ना पाए। जिन्ने मर्जी दुनिया के पदार्थ असी खाई जाइए, यदि प्यास नहीं बुझनी। प्यास उदन बुझनी जिदन इस जबान नूं हरि दे नाम का रस स्वाद आ गया। ये 3 साडे इंद्रे ने, अखां ने, जुबान ने ते कन ने। इन्हां दे नाल जदों असी अपने अंदर मैल जानी बंद कर दित्ती है, गुरु महाराज के तरीके के अनुसार गुरु द्वारे होए सोझी पाए सी, इत द्वारे धोए हच्छा होए सी, फिर साडा मन जिहड़ा ना वो साफ होना शुरू हो जाएगा। बुद्धि जिहड़ी साडी साफ होनी शुरू हो जाएगी, उहदे चों पापां दी मैल लथ जाएगी। पर अंदर प्रेम का पानी जरूर साडे कोले होना चाहिए। महाराज तां ही कहंदे ना, साच कहो सुन लिहो सब है, जिन प्रेम कियो तिन ही प्रभ पायो। प्रेम जरूर साडे अंदर होवे। प्रेम जे नहीं है, साडे कीते होए धार्मिक कर्म भी पखंड बन के रह जाते हैं।
ਸੋ ਇਸ ਕਰਕੇ ਮਹਾਰਾਜ ਜੀ ਸਾਡੇ ਸਾਰਿਆਂ 'ਤੇ ਕਿਰਪਾ ਕਰਨ। ਇਹ ਪਵਿੱਤਰ ਪਾਵਨ ਗੁਰਬਾਣੀ ਦੀ ਵਿਚਾਰ, ਗੁਰ ਇਤਿਹਾਸ ਦੀ ਵਿਚਾਰ ਸਾਡੇ ਹਿਰਦੇ ਵਿੱਚ ਵਸੇ, ਤਾਂ ਕਿ ਸਾਡਾ ਲੋਕ ਪ੍ਰਲੋਕ ਸੁਹੇਲਾ ਹੋਵੇ। ਸਾਨੂੰ ਵੀ ਇਹ ਸਮਝ ਆਵੇ ਕਿ ਅਸੀਂ ਆਪਣੇ ਮਨ ਨੂੰ ਧੋਣਾ, ਗੁਰੂ ਦੇ ਦੁਆਰੇ 'ਤੇ ਆ ਕੇ ਧੋਤਾ ਜਾਵੇਗਾ। ਜਦੋਂ ਸਾਨੂੰ ਧੋਣ ਦੀ ਸਮਝ ਆ ਗਈ, ਸਾਡਾ ਮਨ ਜਿਹੜਾ ਨਿਰਮਲ ਹੋ ਜਾਵੇਗਾ, ਫਿਰ ਸਾਨੂੰ ਪਰਮੇਸ਼ਰ ਲੱਭਣ ਦੀ ਲੋੜ ਨਹੀਂ ਪਵੇਗੀ। ਪਰਮੇਸ਼ਰ ਸਾਡੇ ਮਗਰ ਆਪ ਤੁਰਿਆ ਫਿਰੇਗਾ। ਭਗਤ ਕਬੀਰ ਜੀ ਦੇ ਬਚਨ ਨੇ, ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ। ਵੀ ਮਨ ਇੰਨਾ ਨਿਰਮਲ ਹੋ ਗਿਆ ਜਿਵੇਂ ਗੰਗਾ ਦਾ ਪਾਣੀ ਨਿਰਮਲ ਮੰਨਿਆ ਜਾਂਦਾ। ਅਤੇ ਅੱਗੇ ਕਹਿੰਦੇ ਮੈਂ ਰੱਬ ਨੂੰ ਕੂਕਦਾ ਸੀ ਨਾ, ਅੱਲਾ ਰਾਮ ਰਾਮ ਕਰਦਾ ਸੀ, ਪਰ ਕਹਿੰਦੇ ਹੁਣ ਭਗਤ ਕਬੀਰ ਜੀ ਕਹਿੰਦੇ ਆ ਵਾਹਿਗੁਰੂ ਜਿਹੜਾ ਰਾਮ ਆ ਨਾ, ਮੈਨੂੰ ਆਵਾਜ਼ਾਂ ਮਾਰਦਾ ਫਿਰਦਾ, ਮੇਰੇ ਮਗਰ ਮਗਰ ਤੁਰਿਆ ਫਿਰਦਾ ਕਿ ਮੇਰਾ ਭਗਤ ਕਬੀਰ ਕਿੱਥੇ ਆ। ਕਿਉਂਕਿ ਮਨ ਜੋ ਨਿਰਮਲ ਹੋ ਗਿਆ, ਕਿਉਂਕਿ ਵਾਹਿਗੁਰੂ ਭਾਲਦਾ ਮਨ ਨਿਰਮਲ, ਇਹ ਉਹਦੀ ਜਗ੍ਹਾ ਟਿਕਣ ਦਾ ਸਥਾਨ ਹੈ। ਅਤੇ ਉਹ ਚਾਹੁੰਦਾ ਟਿਕਣਾ ਸਿੱਖ ਦੇ ਅੰਦਰ, ਆਪਣੇ ਜੀਵ ਦੇ ਅੰਦਰ। ਜਦੋਂ ਮਨ ਨਿਰਮਲ ਹੋ ਜਾਂਦਾ, ਉਹਨੂੰ ਜਗ੍ਹਾ ਮਿਲ ਜਾਂਦੀ ਬੈਠਣ ਵਾਸਤੇ, ਉਹਦਾ ਨਿਵਾਸ ਇਸ ਸਰੀਰ ਦੇ ਵਿੱਚ ਹੋ ਜਾਂਦਾ, ਉਹ ਪ੍ਰਗਟ ਹੋ ਜਾਂਦਾ ਇਸ ਹਿਰਦੇ ਦੇ ਵਿੱਚ। ਸੋ ਇਸ ਕਰਕੇ ਮਹਾਰਾਜ ਸਾਡੇ ਸਾਰਿਆਂ 'ਤੇ ਕਿਰਪਾ ਕਰਨ। ਗੁਰਬਾਣੀ ਨਾਲ ਜੁੜੀਏ, ਆਪ ਗੁਰਬਾਣੀ ਪੜ੍ਹੀਏ, ਬੱਚਿਆਂ ਨੂੰ ਗੁਰਬਾਣੀ ਪੜ੍ਹਾਈਏ, ਸਤ ਸੰਗਤ ਕਰੀਏ, ਕਥਾ ਕੀਰਤਨ ਕਰੀਏ, ਸੁਣੀਏ, ਸੇਵਾ ਕਰੀਏ ਲੰਗਰ ਦੇ ਵਿੱਚ ਸ਼ਰਧਾ ਭਾਵਨਾ ਪ੍ਰੇਮ ਨਾਲ, ਈਰਖਾ ਬਾਜੀ ਤੋਂ, ਜਾਤ ਪਾਤ ਤੋਂ ਬਚ ਕਰਕੇ, ਪ੍ਰੇਮ ਦੇ ਸਹਿਤ ਹੋ ਕਰਕੇ ਸੇਵਾ ਕਰਕੇ ਆਪਣਾ ਜਿਹੜਾ ਮਨੁੱਖਾ ਜਨਮ ਬੜਾ ਦੁਰਲੱਭ ਹੈ, ਇਹਨੂੰ ਸਫਲ ਬਣਾਈਏ। ਸੋ ਵਿਚਾਰਾਂ ਕਰਦਿਆਂ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਜਾਣੀਆਂ ਸੁਭਾਵਕ ਨੇ ਸਤਿਗੁਰੂ ਜੀ। ਸਤਿਗੁਰਾਂ ਦੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ ਜੀ। ਦੇਹੋ ਸਜਣ ਅਸੀਸੜੀਆ, ਜੋ ਹੋਵੈ ਸਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।